हेलो गाइस, माय नेम इज़ गुरलीन कौर। ਵੈਲਕਮ ਬੈਕ ਟੂ ਮਾਈ ਚੈਨਲ। ਸੋ ਇਕੋਨੋਮੀ ਦੀ ਸੀਰੀਜ਼ ਜੋ ਅਸੀਂ ਸਟਾਰਟ ਕਰੀ ਸੀ ਉਸ ਦੇ ਵਿੱਚ ਅਸੀਂ ਲਾਸਟ ਲੈਕਚਰ 'ਚ ਬੈਂਕਿੰਗ ਬਾਰੇ ਸਟਾਰਟ ਕੀਤਾ ਸੀਗਾ, ਜਿਸ 'ਚ ਅਸੀਂ ਇਹ ਸਾਰੀ ਟ੍ਰਾਂਜੈਕਸ਼ਨਸ ਵਗੈਰਾ, ਟਾਈਪ ਆਫ ਟ੍ਰਾਂਜੈਕਸ਼ਨ, ਬੈਂਕ ਕੀ ਹੁੰਦਾ ਹੈ, ਨੈਫਟ, ਇਹ ਸਾਰਾ ਕੁਝ ਪੜ੍ਹ ਚੁੱਕੇ ਸੀਗੇ। ਸੋ ਅਸੀਂ ਇਹ ਵੀ ਦੇਖ ਚੁੱਕੇ ਹਾਂ। ਅੱਜ ਅਸੀਂ ਗੱਲ ਕਰਾਂਗੇ NPCI ਦੀ, ਠੀਕ ਹੈ। ਸੋ ਲੈਟਸ ਗੈਟ ਸਟਾਰਟਿਡ। ਔਰ ਜੋ ਨਿਊ ਕਮਰਸ ਹੈ ਉਹਨਾਂ ਨੂੰ ਮੈਂ ਦੱਸ ਦੇਵਾਂ ਕਿ ਜਿਹੜਾ ਇਹ ਮੇਰਾ ਚੈਨਲ ਹੈ ਇਸ ਦੇ ਵਿੱਚ ਮੈਂ ਫਿਲਹਾਲ ਤਾਂ ਮਾਡਰਨ ਹਿਸਟਰੀ ਔਰ ਇਕੋਨਮੀ ਦੀ ਜੋ ਸੀਰੀਜ਼ ਹੈ ਉਹ ਸਟਾਰਟ ਕੀਤੀ ਹੈ, ਔਰ ਜੋ ਵੀ ਇਸ 'ਚ ਮੈਂ ਲੈਕਚਰਸ ਵਗੈਰਾ ਲੈ ਰਹੀ ਹਾਂ ਦੈਟ ਇਜ਼ ਅਕੋਰਡਿੰਗ ਟੂ ਦਾ IAS ਪ੍ਰੀਲਿਮਸ ਸਿਲੇਬਸ। ਬਾਕੀ ਤੁਸੀਂ ਵੇਖ ਸਕਦੇ ਹੋ ਕਿ ਅਗਰ ਤੁਸੀਂ ਕਿਸੇ ਹੋਰ ਸਟੇਟ ਗਵਰਨਮੈਂਟ, ਸਪੈਸ਼ਲੀ ਪੰਜਾਬ ਸਟੇਟ ਗਵਰਨਮੈਂਟ ਦਾ ਕੋਈ ਵੀ ਐਗਜ਼ਾਮ ਦੇ ਰਹੇ ਹੋ ਤਾਂ ਉਹਦੇ ਲਈ ਤੁਹਾਡਾ ਇਹ ਲੈਕਚਰਸ ਜੋ ਨੇ ਕਾਫੀ ਹੈਲਪਫੁਲ ਹੋਣਗੇ। ਤੇ ਫਿਲਹਾਲ ਲਈ ਤਾਂ ਮੈਂ ਮਾਡਰਨ ਹਿਸਟਰੀ ਔਰ ਇਕੋਨਮੀ ਸਟਾਰਟ ਕੀਤੀ ਹੈ, ਬਟ ਆਉਣ ਵਾਲੇ ਟਾਈਮ 'ਚ ਅਗਰ ਮੈਨੂੰ ਅੱਛਾ ਰਿਸਪੌਂਸ ਮਿਲਿਆ ਦੈਨ ਆਈ ਵਿਲ ਸਟਾਰਟ ਮਿਡੀਵਲ ਹਿਸਟਰੀ, ਏਂਸ਼ੀਐਂਟ ਹਿਸਟਰੀ, ਐਥਿਕਸ, ਡਿਜ਼ਾਸਟਰ, ਤੁਹਾਡਾ ਇਹ ਇਨਵਾਇਰਮੈਂਟ ਆਮ ਨੋਟ ਸ਼ੋਰ ਅਬਾਊਟ ਦੈਟ, ਕਿਉਂਕਿ ਉਹਦੇ ਤੇ ਆਲਰੇਡੀ YouTube ਤੇ ਬਹੁਤ ਅੱਛੇ ਵੀਡੀਓਜ਼ ਨੇ, ਤੁਸੀਂ ਉਹ ਰੈਫਰ ਕਰ ਸਕਦੇ ਹੋ। ਬਟ ਸਟਿਲ ਇਫ ਯੂ ਇਨਸਿਸਟ ਤਾਂ ਮੈਂ ਉਹ ਵੀ ਸਟਾਰਟ ਕਰ ਸਕਦੀ ਹਾਂ। ਉਸ ਤੋਂ ਇਲਾਵਾ ਇੱਕ ਦੋ ਹੋਰ ਜੀਓਗ੍ਰਾਫੀ ਵਗੈਰਾ ਇਹ ਵੀ ਮੈਂ ਕਵਰ ਕਰਵਾਵਾਂਗੀ। ਅਤੇ ਫਿਲਹਾਲ ਲਈ ਤਾਂ ਅਸੀਂ ਇਕੋਨਮੀ ਔਰ ਮਾਡਰਨ ਹਿਸਟਰੀ ਨੂੰ ਹੀ ਪਹਿਲਾਂ ਕਵਰ ਅਪ ਕਰਾਂਗੇ, ਔਰ ਅਗਰ ਮੈਨੂੰ ਇਨ ਬਿਟਵੀਨ ਟਾਈਮ ਮਿਲਦਾ ਹੈ ਤਾਂ ਮੈਂ ਉਹ ਸੀਰੀਜ਼ ਵੀ ਨਾਲ ਦੀ ਨਾਲ ਸਟਾਰਟ ਕਰ ਦੇਵਾਂਗੀ। ਸੋ ਲੈਟਸ ਗੈਟ ਸਟਾਰਟਿਡ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਅੱਜ NPCI ਦੀ। NPCI ਦੀ ਫੁੱਲ ਫਾਰਮ ਹੈ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ। ਇਸ ਦੇ ਜੋ ਹੈੱਡਕੁਆਰਟਰ ਨੇ ਦੈਟ ਇਜ਼ ਇਨ ਦਾ ਮੁੰਬਈ ਵਿੱਚ ਨੇ, ਮਹਾਰਾਸ਼ਟਰ 'ਚ ਹੈ। ਜੋ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਇੱਕ ਅੰਬਰੇਲਾ ਆਰਗੇਨਾਈਜੇਸ਼ਨ ਹੈ। ਜਿੰਨੀ ਵੀ ਤੁਸੀਂ ਡੇਲੀ ਟ੍ਰਾਂਜੈਕਸ਼ਨਸ ਕਰ ਰਹੇ ਹੋ, ਡੇ ਟੂ ਡੇ ਦੀ ਟ੍ਰਾਂਜੈਕਸ਼ਨਸ ਹੁੰਦੀਆਂ ਨੇ, ਠੀਕ ਹੈ, ਉਹ ਇਸੇ ਦੇ ਅੰਡਰ ਆਉਂਦੀਆਂ ਨੇ, ਠੀਕ ਹੈ। ਇਹ ਜੋ ਇਨੀਸ਼ੀਏਟਿਵ ਹੈ ਇਟ ਵਾਸ ਸਟਾਰਟਡ ਬਾਈ RBI ਨੇ ਇਹਨੂੰ ਸਟਾਰਟ ਕੀਤਾ ਸੀਗਾ। ਤੇ ਉਸ ਤੋਂ ਇਲਾਵਾ ਇੰਡੀਅਨ ਬੈਂਕਸ ਐਸੋਸੀਏਸ਼ਨ, ਇਨ ਦੋਵਾਂ ਨੇ ਮਿਲ ਕੇ, RBI ਤੇ IBA ਦੋਵਾਂ ਨੇ ਮਿਲ ਕੇ ਸਟਾਰਟ ਕੀਤਾ ਸੀਗਾ ਅੰਡਰ ਦਾ ਪ੍ਰੋਵੀਜ਼ਨ ਆਫ ਪੇਮੈਂਟ ਐਂਡ ਸੈਟਲਮੈਂਟ ਸਿਸਟਮ ਐਕਟ 2007। ਤੋ ਜੋ ਪੇਮੈਂਟ ਔਰ ਸੈਟਲਮੈਂਟ ਸਿਸਟਮ ਐਕਟ ਦੇ ਪ੍ਰੋਵੀਜ਼ਨਸ ਨੇ ਉਹਦੇ ਅੰਡਰ ਹੀ ਜੋ ਹੈ ਇਹ ਆਉਂਦਾ ਹੈ, ਠੀਕ ਹੈ। ਇਹ ਇਸ ਲਈ ਸਟਾਰਟ ਕੀਤਾ ਗਿਆ ਸੀ ਬਿਕੋਜ਼ ਅਸੀਂ ਆਪਣੀ ਕੰਟਰੀ ਲਈ ਇੱਕ ਬਹੁਤ ਹੀ ਵਧੀਆ ਪੇਮੈਂਟ ਔਰ ਸੈਟਲਮੈਂਟ ਇਨਫਰਾਸਟਰਕਚਰ ਚਾਹੁੰਦੇ ਸੀਗੇ, ਤੇ ਉਸ ਲਈ ਜੋ ਹੈ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਚੀਜ਼ ਸਟਾਰਟ ਕੀਤੀ ਗਈ ਸੀ। ਤੇ ਅੱਗੇ ਅਸੀਂ ਗੱਲ ਕਰਦੇ ਹਾਂ ਨਿਊ ਅੰਬਰੇਲਾ ਐਂਟੀਟੀ ਫੋਰ ਪੇਮੈਂਟ ਸਿਸਟਮ। ਉਹ ਸਟਾਰਟ ਕਰਨ ਤੋਂ ਪਹਿਲਾਂ ਮੈਂ ਨਾ ਇੱਕ ਵਾਰ ਤੁਹਾਨੂੰ ਨਾ ਫਿਰ ਦੁਬਾਰਾ ਇਸ ਚੀਜ਼ ਬਾਰੇ, UPI ਬਾਰੇ ਦੱਸ ਦਿੰਦੀ ਹਾਂ। ਵੈਸੇ ਤਾਂ ਮੈਂ ਇਸ ਬਾਰੇ ਆਪਣੀ ਪੁਰਾਣੀ ਸਲਾਈਡ ਦੇ ਵਿੱਚ, ਵੀਡੀਓ ਦੇ ਵਿੱਚ ਵੀ ਦੱਸਿਆ ਹੈ, ਬਟ ਮੈਂ ਫਿਰ ਤੋਂ ਇੱਕ ਵਾਰ ਦੁਬਾਰਾ ਦੱਸ ਦਿੰਦੀ ਹਾਂ ਬਿਕੋਜ਼ ਜੋ ਨਿਊ ਕਮਰਸ ਹੈ, ਜੋ ਇਹ ਵੀਡੀਓ ਫਸਟ ਟਾਈਮ ਦੇਖ ਰਹੇ ਆ, ਸੋ ਉਹਨਾਂ ਨੂੰ ਕੀ ਹੈ ਇੱਕ ਆਈਡੀਆ ਲੱਗ ਜੂਗਾ। ਸੋ ਇਹ ਦੇਖੋ, ਜੋ UPI ਹੈ ਦੈਟ ਇਜ਼ ਯੂਨੀਫਾਈਡ ਪੇਮੈਂਟ ਇੰਟਰਫੇਸ, ਇੱਕ ਇੰਸਟੈਂਟ ਪੇਮੈਂਟ ਸਿਸਟਮ ਹੈ। ਇੰਸਟੈਂਟ ਮਤਲਬ ਇਹਦੇ 'ਚ ਜੋ ਪੇਮੈਂਟ ਕਰੋਗੇ ਉਹ ਨਾਲ ਦੀ ਨਾਲ ਹੋ ਜਾਊਗੀ, ਠੀਕ ਹੈ। ਔਰ ਇਸ ਨੂੰ ਕਿਹਨੇ ਸਟਾਰਟ ਕੀਤਾ ਸੀਗਾ? NPCI ਨੇ। ਦੇਖੋ ਤੁਹਾਨੂੰ ਨਾ ਦੋ ਤਿੰਨ ਚੀਜ਼ਾਂ ਯਾਦ ਰੱਖਣੀਆਂ ਨੇ। ਮੈਂ ਇੱਥੇ ਨਾ ਤੁਹਾਨੂੰ ਡਾਇਗਰਾਮ ਬਣਾ ਕੇ ਦਿਖਾ ਦਿੰਦੀ ਹਾਂ, ਜਸਟ ਅ ਮੋਮੈਂਟ। ਇੱਥੇ ਬਣਾ ਦਿੰਦੀ ਹਾਂ। ਤੁਸੀਂ ਦੇਖ ਸਕਦੇ ਹੋ ਕਿ ਜਿੰਨੀ ਵੀ ਲਾਈਕ ਅਸੀਂ ਡਿਜੀਟਲ ਟ੍ਰਾਂਜੈਕਸ਼ਨਸ ਵਗੈਰਾ ਕਰਦੇ ਨੇ, ਡਿਜੀਟਲ ਟ੍ਰਾਂਜੈਕਸ਼ਨਸ ਉਹ ਤਿੰਨ ਸਿਸਟਮ ਦੇ ਤਿੰਨ ਚੀਜ਼ਾਂ ਦੇ ਥਰੂ ਹੁੰਦੀ ਹੈ। ਇੱਕ ਆਉਂਦਾ ਤੁਹਾਡਾ ਨੈਫਟ, ਦੈਨ RTGS, ਦੈਨ IMPS, ਠੀਕ ਹੈ। ਤਾਂ IMPS ਦੇ ਅੰਡਰ ਹੀ ਕੀ ਆਉਂਦਾ ਹੈ ਤੁਹਾਡਾ UPI। ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਮੈਂ ਨਾ ਇਹਨੂੰ ਥੋੜਾ ਹੋਰ ਬੈਟਰ ਤਰੀਕੇ ਨਾਲ ਬਣਾਤਾ ਬਿਕੋਜ਼ ਡਾਇਗਰਾਮ ਕਾਫੀ ਲੰਬਾ ਹੈ ਇਹ। ਜਸਟ ਅ ਮੋਮੈਂਟ, ਇੱਥੇ ਨਾ ਕਲੀਅਰ ਨਹੀਂ ਬਣ ਰਿਹਾ। ਹਾਂ, ਇਹ ਠੀਕ ਹੈ। ਤੇ ਇੱਥੇ ਤੁਸੀਂ ਲਿਖ ਲਿਓ ਕਿ ਜੋ ਵੀ ਲਾਈਕ ਡਿਜੀਟਲ ਟ੍ਰਾਂਜੈਕਸ਼ਨਸ ਹੁੰਦੀਆਂ ਨੇ, ਡਿਜੀਟਲ ਟ੍ਰਾਂਜੈਕਸ਼ਨਸ ਉਹ ਕਿਹੜੀ ਨੇ? ਇੱਕ ਹੈ ਤੁਹਾਡੀ ਨੈਫਟ, ਦੈਨ ਹੈ
RTGS, उस तो बाद है IMPS, ठीक है। और IMPS ਦੇ ਅੰਡਰ ਹੀ ਆਂਦੀ ਹੈ UPI। ਇੱਕ ਤਾਂ ਚੀਜ਼ ਇਹ, ਤੇ ਦੂਸਰੀ ਮੈਂ ਤੁਹਾਨੂੰ ਦੱਸਤਾ ਸੀ ਕਿ ਜੋ ਨੈਫਟ ਔਰ RTGS ਹੈ ਇਹ ਦੋਨਾਂ ਨੂੰ ਕੌਣ ਰੈਗੂਲੇਟ ਕਰਦਾ ਹੈ? RBI। ਔਰ ਜੋ ਤੁਹਾਡਾ IMPS ਹੈ, ਠੀਕ ਹੈ, ਬੌਸ ਆਫ IMPS, ਇਸ ਦਾ ਬੌਸ ਕੌਣ ਹੈ? ਇਸ ਦਾ ਬੌਸ ਹੈ NPCI, दैट इज नैशनल पेमेंट कॉरपोरेशन ऑफ इंडिया। ਤਾਂ ਇਹ ਚੀਜ਼ याद रखनी है। ओके, सो इन्नी गल क्लीयर है। देखो हुण नैफ्ट और RTGS बारे तो असीं पढ़ चुके हैं। ते जो तुहाडा ये UPI है ये ना IMPS दा ही की है, एडवांस्ड वर्जन है, राइट। मैं इत्थे लिख देंदी हाँ। एक्चुअली ना बहुत जने मैं वेखे कन्फ्यूज होंदे हैं वन कि पता ही नहीं लगता कि RTGS नैफ्ट दा बॉस कौन है, IMPS की है, फिर NPCI की है, फिर UPI की है। सो इसलिए मैं इत्थे लिखता कि एडवांस्ड वर्जन है UPI जो है, यह किसदा एडवांस्ड वर्जन है? IMPS दा, ठीक है। सो ये चीज याद रखियो। सो अगर क्वेश्चन आ जाता है ना कि UPI किस तो रिलेटेड है, वेदर इट इज रिलेटेड टू नेफ्ट, RTGS और IMPS, सो आंसर होगा IMPS, ठीक है। और IMPS दा बॉस कौन है? दैट इज नेशनल पेमेंट कॉरपोरेशन ऑफ इंडिया। देखो जो असी ये टॉपिक पढ़ रहे हैं ना डिजिटल ट्रांजैक्शंस दा, ये ना थोड़ा करंट ओरिएंटेड टॉपिक है। ये स्टैटिक हुण देखो करंट च मतलब डेली तुहानू जो भी अपडेट्स हुंदियां ने वो तुहानू देखनियां पैणगियां, क्योंकि देखो वीडियो तो एक बार रिकॉर्ड हो जाती है। एक सैकेंड, सॉरी एक्चुअली स्लाइड हिल गई सीगी, क्योंकि देखो वीडियो तो जिहड़ी हैगी वो रिकॉर्ड हो जाती है, बट जो करंट अफेयर्स है तो तुहानू डेली टू डेली आप ही पढ़ने पैणगे ताकि तुसी अपने आप नू अपडेट रख सको। ते स्टैटिक पोर्शन जो है वो मैं तुहानू इसे लिए इत्थे कवर अप करवा रही हाँ। ते असी की वेख्या सी कि जो UPI है दैट इज एडवांस्ड वर्जन ऑफ IMPS दा हो एडवांस्ड वर्जन है। ते हुण UPI च की हुंदा है? देखो UPI दे विच ना यह जो साडे मल्टीपल बैंक अकाउंट है वो असी एक सिंगल मोबाइल एप्लीकेशन दे विच की कर सकते हैं, ऐड कर सकते हैं। जिवें कि तुसी बहुत सारे UPI बारे सुनिया होगा, लाइक पेटीएम, फोन पे, गूगल पे, Amazon पे, ठीक है, और भीम वगैरह। लेकिन जो भीम ऐप है वो गवर्नमेंट ऐप है, ठीक है, वो याद रखियो। दैट इज ऑल्सो डेवलप्ड बाय NPCI और एक गवर्नमेंट ऐप है। ये जो है फोन पे, गूगल पे, ये जो है ये लाइक कंपनीज दी ऐप ने, ये गवर्नमेंट ऐप नहीं ने। तो ये सारियां की ने ये UPI दे अंडर आंदियां ने। इस च की हुंदा है तुसी अपने जो मोबाइल डिवाइस है उस दे थ्रू कोई भी फंड्स ट्रांसफर कर सकते हो बिटवीन 2 बैंक अकाउंट, और इस दे विच तुसी मल्टीपल बैंक अकाउंट भी एक सिंगल मोबाइल एप्लीकेशन दे विच ऐड कर सकते हो। आई होप तुसी बहुत सारे लोग अजकल डिजिटल ट्रांजैक्शंस करते हैं थ्रू गूगल पे एंड फोन पे, ते तुहानू इस चीज़ बारे पता ही होगा। बट आई वुड सजैसट कि अगर तुहानू नहीं पता तो तुसी एक बार ना जो बंदा इनू यूज करता है उस तो एक बार तुसी इन्फॉर्मेशन वगैरह ले सकते हो, चला के वेख सकते हो, बिकॉज दसन नाल चीज़ां नहीं आंदियां, थोड़ी प्रैक्टिकल चीज़ां ने, करन नाल ही पता लगणगियां, तुहानू थोड़ा विजुअलाइज हो जाऊगा, ठीक है। और अगर तुसी यूज करते हो ऑलरेडी दैन दैट इज वेल एंड गुड। हुण जो ट्रांसफर करते हो तुसी मनी थ्रू UPI, उस लिए तुहानू एक ID की जरूरत होंदी है, ठीक है, जिसनों असीं की बोलते हैं UPI ID। ये तुहाडा एक यूनीक आइडेंटिफिकेशन हुंदा है, ठीक है। और ये तो मैं दस चुकी हाँ तुहानू UPI एप्स लाइक पेटीएम, फोन पे, गूगल पे, भीम पे, ये सारा कुछ, ठीक है। सो UPI जो है वो एक सिंपलीफाइड वर्जन है, और जो भीम है वो एक इंडियन मोबाइल पेमेंट ऐप है दैट इज डेवलप्ड बाय NPCI, लेकिन वो भी बेस्ड है ऑन UPI, आंदी UPI दे अंडर ही है, बट वो डेवलप की NPCI ने ते गवर्नमेंट ऐप है, ठीक है। सो ये चीज याद रखियो, इसीलिए मैं बार बार चीज़ां क्या कर रही हूँ, रिपीट कर रही हूँ ताकि तुहाडे ना दिमाग 'च ये बैठ जान। हुण असीं गल करते हैं कि UPI दी प्रोसैस की है इनू स्टार्ट करन दी। देखो बहुत ही ज़्यादा सिंपल प्रोसैस है। इस च तुसी UPI ऐप डाउनलोड कर लेनी है प्ले स्टोर तो जाके, कोई भी UPI ऐप कर सकते हो। उन्होंने इंस्टॉल करन तो बाद तुसी एक लॉगिन वगैरह सैटअप करते हो, ठीक है। उत्थे फिर तुहाडा एक वर्चुअल एड्रैस क्रिएट हो जाता है।
ਦੈਨ ਉਸ ਤੋਂ ਬਾਅਦ ਤੁਸੀਂ ਆਪਣਾ ਬੈਂਕ ਅਕਾਊਂਟ ਐਡ ਕਰਦੇ ਹੋ। ਦੈਨ ਉਸ ਤੋਂ ਬਾਅਦ ਤੁਸੀਂ ਆਪਣਾ ਮੋਬਾਈਲ ਪਿਨ ਜੋ ਹੈ ਉਹਨੂੰ ਸੈੱਟ ਕਰੋਗੇ। ਦੈਨ ਫਿਰ ਤੁਸੀਂ ਜੋ ਹੈ UPI ਨੂੰ ਦੇ ਥਰੂ ਟ੍ਰਾਂਜੈਕਸ਼ਨਸ ਕਰਨਾ ਸਟਾਰਟ ਕਰ ਸਕਦੇ ਹੋ, ਠੀਕ ਹੈ। ਸੋ ਇਹ ਕਾਫੀ ਸਿੰਪਲ ਸੀਗਾ। ਉਸ ਤੋਂ ਬਾਅਦ NPCI ਜੋ ਹੈ ਇਹ ਕੀ ਹੈ, ਹੁਣ ਅਸੀਂ ਪੜ੍ਹਿਆ ਕਿ ਜੋ ਇਹ ਤੁਹਾਡੇ IMPS ਹੈ ਦਾ ਬੌਸ, IMPS ਹੈ ਜੋ ਉਹਦਾ ਬੌਸ ਹੈ NPCI। ਸੋ NPCI ਕੀ ਹੈ, ਦੇਖੋ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਇੱਕ ਅੰਬ੍ਰੇਲਾ ਆਰਗੇਨਾਈਜੇਸ਼ਨ ਹੈ, ਠੀਕ ਹੈ। ਇਹ ਜੋ ਹੈ ਜਿੰਨੀ ਵੀ ਤੁਸੀਂ ਡੇਲੀ ਪੇਮੈਂਟਸ ਵਗੈਰਾ ਕਰਦੇ ਹੋ, ਜਿੰਨਾ ਵੀ ਪੇਮੈਂਟ ਸੈਟਲ ਔਰ ਕੋਈ ਵੀ ਸੈਟਲਮੈਂਟ ਹੁੰਦੀਆਂ ਨੇ ਤੁਹਾਡੀ ਕਿਸੇ ਵੀ ਨਾਲ, ਚਾਹੇ ਕਸਟਮਰ ਟੂ ਕਸਟਮਰ ਹੋਵੇ, ਕਸਟਮਰ ਟੂ ਮਰਚੈਂਟ ਹੋਵੇ, ਜਾਂ ਕੋਈ ਵੀ ਆਪਸ 'ਚ ਜੋ ਬਿਜ਼ਨਸ ਆਰਗੇਨਾਈਜੇਸ਼ਨ ਨੇ ਉਹ ਕਰਦੀਆਂ ਨੇ, ਠੀਕ ਹੈ, ਉਹ ਇਸੇ ਦੇ ਅੰਡਰ ਆਉਂਦੀਆਂ ਨੇ। ਉਸ ਤੋਂ ਇਲਾਵਾ ਇਹ ਜੋ ਇਨੀਸ਼ੀਏਟਿਵ ਹੈ NPCI ਇਹ ਸਟਾਰਟ ਕੀਤਾ ਸੀਗਾ RBI ਐਂਡ ਇੰਡੀਅਨ ਬੈਂਕ ਐਸੋਸੀਏਸ਼ਨ ਨੇ, ਮਤਲਬ ਉਹਨਾਂ ਦਾ ਇਹ ਇਨੀਸ਼ੀਏਟਿਵ ਸੀਗਾ, ਉਹਨਾਂ ਨੇ ਲਿਆ ਸੀ ਇਨੀਸ਼ੀਏਟਿਵ। ਤੇ ਇਹ ਔਰ ਕਿਹੜੇ ਐਕਟ ਦੇ ਅੰਡਰ ਆਉਂਦਾ ਇਹ, ਦੈਟ ਇਜ਼ ਪੇਮੈਂਟ ਐਂਡ ਸੈਟਲਮੈਂਟ ਸਿਸਟਮ ਐਕਟ 2007। ਬਿਕੋਜ਼ ਅਸੀਂ ਜੋ ਹੈ ਆਪਣੀ ਕੰਟਰੀ ਲਈ ਇੱਕ ਰੋਬਸਟ ਪੇਮੈਂਟ ਐਂਡ ਸੈਟਲਮੈਂਟ ਇਨਫਰਾਸਟ੍ਰਕਚਰ ਚਾਹੁੰਦੇ ਸੀਗੇ। ਸੋ ਇਸ ਲਈ ਅਸੀਂ ਇਹ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੋ ਹੈ NPCI ਨੂੰ ਸਟਾਰਟ ਕੀਤਾ ਸੀਗਾ। ਔਰ ਇਸ ਦੇ ਜੋ ਹੈੱਡਕੁਆਟਰ ਹੈ ਦੈਟ ਇਜ਼ ਇਨ ਮੁੰਬਈ, ਮਹਾਰਾਸ਼ਟਰ, ਠੀਕ ਹੈ। ਹੁਣ ਅਸੀਂ ਗੱਲ ਕਰਦੇ ਹਾਂ ਨਿਊ ਅੰਬ੍ਰੇਲਾ ਐਂਟੀਟੀ ਫॉर ਪੇਮੈਂਟ ਸਿਸਟਮ। ਇਹ ਕੀ ਹੈ, ਦੇਖੋ ਇਹ ਜੋ ਹੈ ਐਕਚੁਅਲੀ ਤੁਹਾਡੀ ਇਹ ਨਿਊ ਅੰਬ੍ਰੇਲਾ ਐਂਟੀਟੀ ਦੈਟ ਇਜ਼ ਆਲਸੋ ਨੋਨ ਐਜ਼ NUE। ਇਹ ਜੋ ਹੈ ਇਹ ਲਾਈਕ ਹੁਣ ਦੇਖੋ NPCI ਇੱਕ ਕੰਮ ਨਹੀਂ ਕਰਦਾ, NPCI ਬਹੁਤ ਕੰਮ ਕਰਦਾ ਹੈ, ਤਾਂ ਇਸ ਦੇ ਉੱਪਰ ਬਹੁਤ ਜ਼ਿਆਦਾ ਬਰਡਨ ਹੈ। ਸੋ ਇਹ ਇੱਕ ਆਈਡੀਆ ਫਲੋਟ ਕੀਤਾ ਗਿਆ ਬਾय RBI ਕਿ ਅਸੀਂ ਕੀ ਕਰਦੇ ਹਾਂ, ਅਸੀਂ NPCI ਦੀ ਜਗ੍ਹਾ ਲਾਈਕ ਉਹਦੀ ਜਗ੍ਹਾ ਲਾਈਕ ਉਹਦੇ ਕੋਈ ਇੱਕ ਆਲਟਰਨੇਟਿਵ ਮੈਕੈਨਿਜ਼ਮ ਵੀ ਹੋਣਾ ਚਾਹੀਦਾ ਕਿ NPCI ਦਾ ਬਰਡਨ ਵੀ ਕੋਈ ਲੈ ਲਵੇ, ਠੀਕ ਹੈ। ਸੋ ਉਸ ਲਈ ਇਹਨਾਂ ਨੇ ਸੋਚਿਆ RBI ਨੇ ਕਿ ਅਸੀਂ ਕੀ ਕਰਦੇ ਹਾਂ, ਇੱਕ ਆਲਟਰਨੇਟ ਮੈਕੈਨਿਜ਼ਮ ਜੋ ਹੈ ਉਹ ਲੈ ਕੇ ਆਉਂਦੇ ਆ, ਦੈਟ ਇਜ਼ NUI। ਤਾਂ ਜੋ ਪ੍ਰਾਈਵੇਟ ਕੰਪਨੀਜ਼ ਹੈ ਉਹਨਾਂ ਨੇ ਆਪਣਾ ਇੰਟਰਸਟ ਸ਼ੋ ਕੀਤਾ ਹੈ ਕਿ ਉਹ ਸੈਟਅਪ ਕਰਨਗੀਆਂ NUE ਫॉर ਪੇਮੈਂਟ ਸਿਸਟਮ। ਲਾਈਕ ऑफर है कि कोई भी कंपनीज आ सकती है, प्राइवेट कंपनी, और सैटअप कर सकती है। इस नाल की होगा, देखो NPCI दा एक की हो जाऊगा, कॉम्पिटिटर हो जाऊगा, ठीक है। देखो कंपटीशन होना भी जरूरी है, बिकॉज अगर कंपटीशन नहीं होगा, अगर किसी चीज नू एक ही बंदा जो है या एक ही ऑर्गेनाइजेशन जो है प्रोड्यूस कर रही है, ना तो उस चीज च इन्नी ज्यादा एफिशिएंसी आऊगी, दूजा ਉਹਦੇ ਉੱਪਰ वर्कलोड भी कितना होगा, ठीक है, बर्डन वगैरह बहुत ज्यादा होगा, ਤੇ ਲੋਕਾਂ ਕੋਲ ऑप्शंस नहीं होणगे। ਤੁਹਾਨੂੰ पता है कि लोग जो हैगे आ ਉਹਨਾਂ ਨੂੰ ऑप्शंस ज्यादा पसंद ने कि वैरायटी होवे हर चीज च, मतलब कुछ होर बैटर होवे। ਤਾਂ ਇਸ ਲਈ ਇਹ ਸੋਚਿਆ ਗਿਆ ਕਿ RBI ਦੁਆਰਾ ਕਿ ਅਸੀਂ ਇੱਕ ਨਿਊ ਅੰਬ੍ਰੇਲਾ ਐਂਟੀਟੀ ਲੈ ਕੇ ਆ ਜਾਂਦੇ ਆ। ਤਾਂ ਉਸ ਲਈ ਉਹਨਾਂ ਨੇ ਬਹੁਤ ਸਾਰੀ ਪ੍ਰਾਈਵੇਟ ਕੰਪਨੀਜ਼ ਨੂੰ ਆਫਰ ਦਿੱਤੇ ਹੋਏ ਨੇ ਕਿ ਅਗਰ ਕਿਸੇ ਨੂੰ ਇੰਟਰਸਟ ਹੈ ਦੈਨ ਦੇ ਕੈਨ ਕਮ ਐਂਡ ਸੈਟਅਪ NUE। ਸੋ ਇਹ ਆਈਡੀਆ ਫਲੋਟ ਕੀਤਾ ਗਿਆ ਸੀ ਬਾय RBI to create an alternative mechanism to the existing NPCI। जो NUE है वो एक नॉन प्रॉफिट एंटिटी होगी और that will manage and operate new payment system। जो नवे पेमेंट सिस्टम आउणगे उन्होंने ये मैनेज और ऑपरेट करूगी, ठीक है। उस तो इलावा जो NPCI च अगर कोई प्रॉब्लम है, अगर कोई लूप होल्स ने, अगर कोई NPCI दी लिमिटेशन है, ठीक है, वो रिड्यूस हो जाऊगी by this as NPCI being the only entity managing। because जिन्नी भी रिटेल पेमेंट सिस्टम, जिन्नी भी रिटेल पेमेंट्स हैं, सब कुछ जो ट्रांजैक्शंस वगैरह होंदी है उन्होंने कौन मैनेज कर रहा है, दैट इज मैनेज्ड बाय NPCI। बट अगर इत्थे कोई लिमिटेशन आंदी है तो उसनू कौन कवर अप कर सकता है, NUE। RBI is planning to allow other organization to set up NUE for payment system will expand the competitiveness। ये चीज मैं तुहानू दस चुकी हूं कि कंपटीशन आऊगा तो चीज वधिया क्वालिटी दी मिलती है, बेटर क्वालिटी दी मिलती है, ठीक है। सो लैट्स मूव फर्दर। हुण दैन असीं गल करदे हां नाच बारे। देखो नाच की है, पहली गल तो जो नाच है इसनू डेवलप कराया गया सी बाय NPCI। देखो हुण तुसीं NPCI दी देखोगे कि किन्ने काम करदी है NPCI। सो इट वाज डेवलप्ड बाय NPCI। ये वो ट्रांजैक्शंस फैसिलिटेट करते हैं जो कि रैपीटेटिव हुंदियां ने,
ਪੀਰੀਓਡਿਕ ਇਨ ਨੇਚਰ ਹੁੰਦੀਆਂ ਨੇ। ਲਾਈਕ ਤੁਸੀਂ ਬਹੁਤ ਸਾਰੀ ਟ੍ਰਾਂਜੈਕਸ਼ਨਸ ਐਸੀਆਂ ਹੁੰਦੀਆਂ ਨੇ ਲਾਈਕ ਜੋ ਤੁਹਾਨੂੰ ਲੱਗਦਾ ਹੈ ਕਿ ਹਾਂ ਇਹ ਟ੍ਰਾਂਜੈਕਸ਼ਨਸ ਤਾਂ ਸਾਨੂੰ ਕੀ ਹੈ ਡੇਲੀ ਕਰਨੀਆਂ ਪੈਣਗੀਆਂ, ਠੀਕ ਹੈ। ਸੋ ਉਹ ਜਿਹੜਾ ਹੈਗਾ ਉਹ ਨਾਸ਼ ਦੇ ਥਰੂ ਹੁੰਦੀਆਂ ਨੇ। ਨਾਸ਼ ਦੀ ਫੁੱਲ ਫਾਰਮ ਹੈ ਨੈਸ਼ਨਲ ਆਟੋਮੇਟਿਡ ਕਲੀਅਰਿੰਗ ਹਾਊਸ, ਠੀਕ ਹੈ। ਇਹ ਇੱਕ ਆਫਲਾਈਨ ਵੈਬ ਬੇਸਡ ਸਿਸਟਮ ਹੈ ਜਿਸ ਦੇ ਵਿੱਚ ਤੁਸੀਂ ਪੁਸ਼ ਐਂਡ ਬਲਕ ਦੇ ਵਿੱਚ ਪੁਸ਼ ਐਂਡ ਪੁਲ ਟ੍ਰਾਂਜੈਕਸ਼ਨਸ ਜੋ ਹੈ ਉਹ ਪਰਫਾਰਮ ਕਰਦੇ ਹੋ। ਮੈਂ ਤੁਹਾਨੂੰ ਦੱਸਦੀ ਹਾਂ ਪੁਸ਼ ਐਂਡ ਪੁਲ ਟ੍ਰਾਂਜੈਕਸ਼ਨਸ ਕੀ ਹੁੰਦੀਆਂ ਨੇ, ਡੋਂਟ ਵਰੀ। ਪਹਿਲਾਂ ਅਸੀਂ ਇਹ ਪੜ੍ਹ ਲੈਂਦੇ ਹਾਂ। ਜੋ ਨਾਚ ਹੈ ਉਹ ਪ੍ਰੋਵਾਈਡ ਕਰਦਾ ਹੈ ਇਲੈਕਟ੍ਰੋਨਿਕ ਮੈਂਡੇਟ ਪਲੇਟਫਾਰਮ ਟੂ ਰਜਿਸਟਰ ਮੈਂਡੇਟਸ ਫੈਸਿਲਿਟੇਟਿੰਗ ਪੇਪਰਲੈਸ ਕਲੈਕਸ਼ਨ ਪ੍ਰੋਸੈਸ ਫॉर द कॉर्पोरेट्स एंड बैंक। इट फैसिलिटेट ट्रांजैक्शंस विच आर रेपिटेटिव एंड पीरियोडिक इन नेचर। ਸਿੰਪਲ ਤਰੀਕੇ ਨਾਲ ਸਮਝੋ, ਅਸੀਂ ਚੀਜ਼ ਨੂੰ ਕੰਪਲੈਕਸ ਵੇ 'ਚ ਨਹੀਂ ਲੈ ਕੇ ਜਾਣਾ। ਇਸ 'ਚ ਕੀ ਹੁੰਦਾ ਦੇਖੋ ਅਗਰ ਕੋਈ ਬੰਦਾ ਹੈ ਲਾਈਕ ਉਸਨੇ ਕੋਈ ਕਾਰ ਲਈ ਹੈ, ਉਹਨੂੰ ਹੁਣ ਉਸਦੀ ਕਿਸ਼ਤਾਂ ਭਰਨੀਆਂ ਨੇ, ਠੀਕ ਹੈ। ਤਾਂ ਓਬਵੀਅਸ ਹੈ ਕਿ ਉਹਨੂੰ ਇਹ ਹੁੰਦਾ ਹੈ ਕਿ ਯਾਰ ਮੇਰੇ 5 ਸਾਲ ਦਾ ਕਿਸ਼ਤਾਂ ਦਾ ਸਾਰਾ ਮੈਂ ਬਣਵਾਇਆ ਹੋਇਆ, ਮਤਲਬ ਕਿ 5 ਸਾਲ 'ਚ ਕਲੀਅਰ ਹੋਣਗੀਆਂ ਤੇ ਹਰ ਮਹੀਨੇ ਇੰਨੇ ਪੈਸੇ ਜਿਹੜੇ ਹੈਗੇ ਉਹ ਕੱਟਣਗੇ। ਤੇ ਉਹ ਕਿੱਦਾਂ ਕੱਟਦੇ ਨੇ ਹੁਣ, ਏਦਾਂ ਦਾ ਹੈ ਨਹੀਂ। ਉਹਨੂੰ ਹੁਣ ਉਹ ਬੰਦੇ ਨੂੰ ਏਦਾਂ ਹੋਊਗਾ ਕਿ ਮੈਂ ਹੁਣ ਡੇਲੀ ਤਾਂ ਜਾ ਕੇ ਬੈਂਕ ਨੂੰ ਕਹਾਂਗੇ ਨਹੀਂ ਕਿ ਲੋ ਮੇਰੇ ਪੈਸੇ ਕੱਟ ਲਓ, ਫਿਰ ਅਗਲੇ ਮਹੀਨੇ ਜਾਵਾਂਗਾ ਕਿ ਲੋ ਮੇਰੇ ਪੈਸੇ ਕੱਟ ਲਓ। ਸੋ ਇਸ ਲਈ ਕੀ ਹੁੰਦਾ ਜੋ NPCI ਹੈ ਨਾ, ਉਹ ਉਹਨਾਂ ਨੂੰ ਪਰਟੀਕੂਲਰ ਪਰਸਨ ਨੂੰ ਇੱਕ ਮਤਲਬ ਉਹਨਾਂ ਵੱਲੋਂ ਇੱਕ ਫਾਰਮ ਪ੍ਰੋਵਾਈਡ ਕਰ ਦਿੱਤਾ ਜਾਂਦਾ ਹੈ, ਠੀਕ ਹੈ। ਉਹ ਨਾਸ਼ ਦਾ ਹੀ ਫਾਰਮ ਹੁੰਦਾ ਹੈ ਜੋ ਕਿ ਉਹਨਾਂ ਨੂੰ ਫਿਲਅਪ ਕਰਨਾ ਹੁੰਦਾ ਹੈ, ਜਿਸ ਦੇ ਵਿੱਚ ਪਰਸਨ ਜੋ ਹੈ ਉਹ ਆਪਣਾ ਕੰਸੈਂਟ ਦਿੰਦਾ ਹੈ ਕਿ ਪੈਸੇ ਵੀ ਕੱਟ ਲਿੱਤੇ ਜਾਣ, ਠੀਕ ਹੈ। ਸੋ ਸੈਲਰੀਜ਼ ਵਗੈਰਾ ਦੇਖੋ ਆਉਂਦੀਆਂ ਨੇ ਬਲਕ ਦੇ ਵਿੱਚ। ਹੁਣ ਮੰਨ ਲਓ ਇੱਕ ਸਭ ਤੋਂ ਬੈਸਟ ਐਗਜ਼ਾਮਪਲ ਸਬਸਿਡੀਜ਼ ਤੁਸੀਂ ਦੇਖੋ। ਹੁਣ ਜੋ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਹੈ, ਉਹਨਾਂ ਨੇ ਬਹੁਤ ਸਾਰੀ ਇੱਦਾਂ ਦੀ ਸਕੀਮਸ ਸਟਾਰਟ ਕਰਵਾਈਆਂ ਨੇ ਜਿਸ ਦੇ ਵਿੱਚ ਉਹ ਲਾਈਕ ਸਬਸਿਡੀਜ਼ ਵਗੈਰਾ ਪ੍ਰੋਵਾਈਡ ਕਰਦੇ ਨੇ। ਲਾਈਕ PM ਕਿਸਾਨ ਦੇ ਵਿੱਚ ਇਹ ਬੋਲਿਆ ਗਿਆ ਸੀ ਕਿ ਹਰ ਮਹੀਨੇ ਜੋ ਹੈ ਕਿਸਾਨ ਦੇ ਖਾਤੇ ਦੇ ਵਿੱਚ 2000 ਰੁਪੀਜ਼ ਜੋ ਹੈ ਲਾਈਕ ਪਹੁੰਚ ਜਾਣਗੇ। ਤਾਂ ਹੁਣ ਉੱਥੇ ਪ੍ਰਾਈਮ ਮਿਨਿਸਟਰ ਤਾਂ ਜਾ ਕੇ ਬੈਠਣਗੇ ਨਹੀਂ ਕਿ ਹਾਂ ਮਹੀਨਾ ਸ਼ੁਰੂ ਹੋ ਗਿਆ ਹੁਣ ਮੈਂ ਪਾਵਾਂ, ਸਭ ਦਾ ਅਕਾਊਂਟ ਨੰਬਰ ਲੈਣਗੇ, ਠੀਕ ਹੈ। ਜਾਂ ਉੱਥੇ ਕੋਈ ਉਹਨਾਂ ਦਾ ਬੰਦਾ ਤਾਂ ਬੈਠਾ ਨਹੀਂ ਹੋਊਗਾ ਕਿ ਹਾਂ ਹੁਣ ਪੈਸੇ ਸੈਂਡ ਕਰਨੇ ਹੈ, ਤਾਂ ਹਰ ਮਹੀਨੇ ਉਹ ਉੱਥੇ ਜਾ ਕੇ ਬੈਠੂਗਾ, ਅਕਾਊਂਟ ਨੰਬਰ ਭਰੂਗਾ, ਫਿਰ ਪੈਸੇ ਸੈਂਡ ਹੋਣਗੇ। ਸੋ ਇਹ ਚੀਜ਼ ਜਿਹੜੀ ਹੈ ਇਹ ਪਹਿਲਾਂ ਹੀ ਮਤਲਬ ਕਿ ਸਭ ਕੁਝ ਸਿਸਟਮ ਵਾਈਜ਼ ਸਿਸਟਮ ਜਿਸ 'ਤੇ ਸੈੱਟ ਕਰ ਦਿੱਤਾ ਜਾਂਦਾ ਹੈ ਕਿ ਆਟੋਮੈਟਿਕਲੀ ਹੀ ਆਪਣੇ ਆਪ ਹੀ ਜੋ ਹੈ ਹਰ ਮੰਥ ਜੋ ਹੈ ਕਿਸਾਨ ਦੇ ਅਕਾਊਂਟ ਦੇ ਇੱਕ ਵਾਰ ਮਤਲਬ ਇਨਫੋਰਮੇਸ਼ਨ ਫਿਲ ਕਰਨੀ ਪੈਂਦੀ ਹੈ ਉਹਨਾਂ ਨੂੰ, ਫਿਰ ਉਹ ਅਕਾਊਂਟ ਨੰਬਰ ਜੋ ਐਡ ਔਨ ਕਰ ਦੇਣਗੇ ਕਿ ਫਲਾਣੇ ਕਿਸਾਨ ਦੇ ਖਾਤੇ ਦੇ ਵਿੱਚ ਪੈਸੇ ਪਹੁੰਚਣ, ਤਾਂ ਉਹ ਆਪਣੇ ਆਪ ਹੀ ਕੀ ਹੈ ਪਹੁੰਚ ਜਾਂਦੇ ਨੇ, ਠੀਕ ਹੈ। ਸੋ ਇਸ ਦੇ ਵਿੱਚ ਇਹੀ ਸੀ। ਇਸ ਦੇ ਵਿੱਚ ਅੱਛਾ ਹਾਂਜੀ ਤੁਸੀਂ ਅਕਾਊਂਟ ਬੇਸਡ ਤੇ ਆਧਾਰ ਬੇਸਡ ਦੋਨੋਂ ਤਰ੍ਹਾਂ ਦੀ ਜਿਹੜੀ ਹੈਗੀ ਆ ਟ੍ਰਾਂਜੈਕਸ਼ਨਸ ਕਰ ਸਕਦੇ ਹੋ। ਆਪਣਾ ਆਧਾਰ ਨੰਬਰ ਦੇ ਦਿਓ, ਆਪਣਾ ਅਕਾਊਂਟ ਨੰਬਰ ਦੇ ਦਿਓ। ਦੈਨ ਉਸ ਤੋਂ ਬਾਅਦ ਅਸੀਂ ਅੱਗੇ ਚੱਲਦੇ ਹਾਂ। ਹਾਂ ਇਹ ਅਸੀਂ ਪੜ੍ਹ ਲਿਆ ਕਿ ਟ੍ਰਾਂਜੈਕਸ਼ਨਸ ਲਾਈਕ ਸਬਸਿਡੀਜ਼ ਦੀ ਡਿਸਟ੍ਰੀਬਿਊਸ਼ਨ, ਇੰਟਰਸਟ, ਸੈਲਰੀ, ਪੈਨਸ਼ਨ ਵੀ ਤੁਸੀਂ ਦੇਖੀ ਹੈ ਹਰ ਮਹੀਨੇ ਜਾਂ ਜਿੰਨੇ ਵੀ ਟਾਈਮ ਬਾਅਦ ਪੈਨਸ਼ਨ ਆਉਂਦੀ ਹੈ ਆਪਣੇ ਆਪ ਹੀ ਆਟੋਮੈਟਿਕਲੀ ਆ ਜਾਂਦੀ ਹੈ, ਠੀਕ ਹੈ। ਸੋ ਇਹ ਨਾਸ਼ ਦੇ ਅਕੋਰਡਿੰਗ ਹੁੰਦਾ ਹੈ। ਔਰ ਬਲਕ ਟ੍ਰਾਂਜੈਕਸ਼ਨਸ ਕਰਨੀਆਂ ਹੁੰਦੀਆਂ ਨੇ, ਠੀਕ ਹੈ। ਟੈਲੀਫੋਨ, ਵਾਟਰ, ਲੋਨ, ਇਨਵੈਸਟਮੈਂਟ ਇਹ ਤੋਂ ਸੰਬੰਧਿਤ ਤਾਂ ਇਹ ਸਾਰੀਆਂ ਇਸ ਦੇ ਵਿੱਚ ਹੋ ਜਾਂਦੀਆਂ ਨੇ। ਇੱਕ ਮੈਂ ਗੱਲ ਕਰ ਰਹੀ ਸੀ ਪੁਸ਼ ਐਂਡ ਪੁਲ ਪੇਮੈਂਟ ਸਿਸਟਮ ਦੀ। ਵਾਟਸ ਦੈਟ? ਹੁਣ ਉਹ ਕੀ ਹੈ ਦੇਖੋ, ਜੋ ਪੁਸ਼ ਆਪਸ਼ਨ ਹੈ ਨਾ, ਜੋ ਪੁਸ਼ ਆਪਸ਼ਨ ਹੈ ਉਹ ਹੈਗਾ ਤੁਹਾਡਾ IMPS ਔਰ ਨੈਫਟ ਦੇ ਵਿੱਚ, ਠੀਕ ਹੈ। ਔਰ ਪੁਸ਼ ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਸੀਂ, ਇਹ ਤਾਂ ਸਿੰਪਲ ਹੈ, ਜਦੋਂ ਤੁਸੀਂ ਕਿਸੇ ਨੂੰ ਕਿਆ ਕਰ ਰਹੇ ਹੋ, ਪੈਸੇ ਟ੍ਰਾਂਸਫਰ ਕਰ ਰਹੇ ਹੋ, ਠੀਕ ਹੈ, ਮਨੀ ਟ੍ਰਾਂਸਫਰ ਕਰ ਰਹੇ ਹੋ, ਠੀਕ ਹੈ। ਲੇਕਿਨ ਜਿਹੜਾ ਤੁਹਾਡਾ ਪੁਲ ਆਪਸ਼ਨ ਹੈ, ਠੀਕ ਹੈ, ਇਹ ਜਿਹੜਾ ਹੈਗਾ ਆਪਸ਼ਨ ਇਹ ਤੁਹਾਨੂੰ UPI ਨੇ ਦੇ ਰੱਖਿਆ ਹੈ, ਠੀਕ ਹੈ। ਇਹਦੇ 'ਚ ਕੀ ਹੁੰਦਾ ਹੈ ਪੁਲ ਪੇਮੈਂਟ, ਇਸ 'ਚ ਕੀ ਹੁੰਦਾ ਹੈ ਕਿ ਲਾਈਕ ਤੁਸੀਂ ਮੰਨ ਲਓ ਕਿ ਕੋਈ ਜ਼ੋਮੈਟੋ ਤੋਂ ਕੋਈ ਆਰਡਰ ਕੀਤਾ ਹੈ, ਉਹਦੇ ਵਿੱਚ ਜਦੋਂ ਤੁਸੀਂ ਪੇਮੈਂਟ ਕਰਨੀ ਹੋਊਗੀ ਤਾਂ ਤੁਹਾਡੇ ਕੋਲ ਪੇਮੈਂਟ ਪੇਜ ਖੁੱਲ ਕੇ ਆ ਜਾਊਗਾ ਜਿਸ ਦੇ ਵਿੱਚ ਯੂ ਵਿਲ ਬੀ ਗਿਵਨ ਮੈਨੀ ਆਪਸ਼ਨਸ ਲਾਈਕ ਕਿ ਤੁਸੀਂ ਕਿਹਦੇ ਥਰੂ ਪੇਮੈਂਟ ਕਰਨੀ ਹੈ, UPI ਦੇ ਥਰੂ ਕਰਨੀ ਹੈ, ਕੈਸ਼ ਔਨ ਡਿਲੀਵਰੀ ਹੈ, Paytm ਹੈ, ਡੈਬਿਟ ਕ੍ਰੈਡਿਟ ਕਾਰਡ ਜੋ ਵੀ ਹੈ, ਠੀਕ ਹੈ। ਤਾਂ ਕਿਹਦੇ ਥਰੂ ਕਰੋਗੇ? ਹੁਣ ਜਦੋਂ ਤੁਸੀਂ UPI ਤੇ ਕਲਿੱਕ ਦਬਦੇ ਹੋ ਨਾ ਤਾਂ ਉੱਥੇ ਤੁਹਾਨੂੰ ਕੀ ਹੈ ਆਪਣੀ ID ਪਹਿਲਾਂ ਫਿਲਅਪ ਕਰਨੀ ਪੈਂਦੀ ਹੈ, ਜੋ ਵੀ ਤੁਹਾਡੀ UPI ਦੀ ID ਹੈ ਤੁਸੀਂ ਉਹ ਫਿਲ ਕਰ ਦੋਗੇ। ਉੱਥੇ ਜਦੋਂ ਤੁਸੀਂ ਕਲਿੱਕ ਦੱਬੋਗੇ ਨਾ ਤਾਂ ਉੱਥੋਂ ਜਿਹੜਾ ਮੈਸੇਜ ਹੈ ਉਹ ਕਿੱਥੇ ਪਹੁੰਚ ਜਾਊਗਾ? ਉਹ ਤੁਹਾਡਾ ਜੋ ਤੁਹਾਡੀ UPI ਹੈ, ਜੋ ਉਹ ਐਪ ਹੈ, ਉੱਥੇ ਮੈਸੇਜ ਆ ਜਾਊਗਾ ਕਿ ਲਾਈਕ ਉੱਥੋਂ ਤੁਸੀਂ ਫਿਰ ਮਤਲਬ ਕੰਸੈਂਟ ਦੇਣਾ ਹੁੰਦਾ ਹੈ ਕਿ ਹਾਂ ਵੀ ਏਦਾਂ ਕਰਕੇ ਉੱਥੋਂ ਅਸੀਂ ਆਰਡਰ ਕਰਨਾ ਹੈ ਤੇ ਪੇਮੈਂਟ ਏਦਾਂ ਜੋ ਹੈਗੀ ਹੈ ਉਹ ਇੰਨੇ ਰੁਪੀਜ਼ ਦੀ ਪੇਮੈਂਟ ਹੈ ਤੇ ਉਹ ਕਰਨੀ ਹੈ, ਠੀਕ ਹੈ। ਤੇ ਉਹ ਕੀ ਹੋਊਗਾ ਤੁਹਾਨੂੰ ਉੱਥੇ ਮੈਸੇਜ ਆ ਜਾਊਗਾ ਤੁਹਾਡੀ ID 'ਚ
ਜਿਹੜੀ ਵੀ ਆਈਡੀ ਤੁਸੀਂ ਯੂਜ਼ ਕਰ ਰਹੇ ਹੋ, ਗੂਗਲ ਪੇ ਦੀ ਹੈ ਤਾਂ ਉਹਦੇ 'ਚ ਆ ਜਾਊਗਾ, ਫੋਨ ਪੇ ਦੀ ਦਿੱਤੀ ਹੈ ਤਾਂ ਉਹਦੇ 'ਚ ਆ ਜਾਊਗਾ। ਜਦੋਂ ਹੀ ਉੱਥੇ ਮੈਸੇਜ ਆਇਆ ਪੇਮੈਂਟ ਆਥੋਰਾਈਜ਼ੇਸ਼ਨ ਦਾ, ਠੀਕ ਹੈ, ਤਾਂ ਉੱਥੇ ਕੀ ਹੈ, ਤੁਸੀਂ ਕਲਿੱਕ ਦੱਬੋਗੇ ਤੇ ਪੇਮੈਂਟ ਹੋ ਜੂਗੀ। ਉਸ ਚੀਜ਼ ਨੂੰ ਬੋਲਦੇ ਆ ਪੁੱਲ ਪੇਮੈਂਟ ਸਿਸਟਮ। ਪੇਮੈਂਟ ਤੁਸੀਂ ਉੱਥੇ ਤੋਂ ਮੰਗਵਾਓਗੇ ਤੇ ਉਹ ਫਿਰ ਉੱਥੇ ਸਵੀਗੀ ਵਾਲਿਆਂ ਕੋਲ ਜਾਂ ਜ਼ੋਮੈਟੋ ਜਾਂ ਜਿੱਥੇ ਵੀ ਤੁਸੀਂ ਕਰ ਰਹੇ ਹੋ ਉਹਨਾਂ ਕੋਲ ਪਹੁੰਚੂਗੀ। ਸੋ ਦੈਟਸ ਪੁੱਲ ਪੇਮੈਂਟ, ਠੀਕ ਹੈ। ਉਸ ਤੋਂ ਇਲਾਵਾ ਇੱਕ ਚੀਜ਼ ਹੋਰ ਸੀ ਮੈਂ ਦੱਸਣੀ, ਵਾਲੇਟ ਮਨੀ ਬਾਰੇ। ਵਾਲੇਟ ਮਨੀ ਕੀ ਹੁੰਦੀ ਹੈ, ਲਾਈਕ ਤੁਸੀਂ ਪੇਟੀਐਮ ਬਾਰੇ ਸੁਣਿਆ ਹੋਊਗਾ। ਪੇਟੀਐਮ ਵਾਲੇਟ ਜਿਹੜਾ ਹੈਗਾ ਉਸ 'ਚ ਕੀ ਹੁੰਦਾ ਸੀ ਕਿ ਜੋ ਬੈਂਕ ਅਕਾਊਂਟ ਤੋਂ ਉਹ ਪੇਟੀਐਮ ਵਾਲੇਟ ਜੋ ਸੀ ਬੈਂਕ ਅਕਾਊਂਟ ਤੋਂ ਪੈਸੇ ਲੈ ਕੇ ਆਉਂਦਾ ਸੀ ਔਰ ਵਾਲੇਟ ਦੇ ਅੰਦਰ ਸਟੋਰ ਕਰਦਾ ਸੀ, ਠੀਕ ਹੈ। ਭੀਮ ਐਪ 'ਚ ਲੇਕਿਨ ਇੱਦਾਂ ਨਹੀਂ ਹੁੰਦਾ, ਭੀਮ 'ਚ ਕੋਈ ਵਾਲੇਟ ਨਹੀਂ ਹੈ। ਭੀਮ ਦੇ ਅੰਦਰ ਕੀ ਹੁੰਦਾ, ਡਾਇਰੈਕਟਲੀ ਬੈਂਕ ਤੋਂ ਅਕਾਊਂਟ ਤੋਂ ਹੀ ਕੀ ਹੋ ਜਾਂਦੇ ਆ, ਪੈਸੇ ਟ੍ਰਾਂਸਫਰ ਹੋ ਜਾਂਦੇ ਆ। ਔਰ UPI 'ਚ ਵੀ ਬਾਕੀ ਸਾਰੀ ਐਪ 'ਚ ਸਿੱਧਾ ਬੈਂਕ ਤੋਂ ਹੀ ਹੋ ਜਾਂਦੇ ਆ, ਉਹਦੇ 'ਚ ਵੀ ਕੋਈ ਵਾਲੇਟ ਵੂਲੇਟ ਵਾਲਾ ਪੰਗਾ ਨਹੀਂ ਹੈ, ਠੀਕ ਹੈ। ਦੂਸਰਾ ਇੱਕ ਚੀਜ਼ ਹੋਰ ਯਾਦ ਰੱਖਣੀ ਹੈ, UPI ਦੀ ਜਿਹੜੀ ਪਿੱਛੇ ਦੀ ਬੈਕਿੰਗ ਹੈ ਉਹ ਕਿਹਦੀ ਹੋਊਗੀ, IMPS ਦੀ। ਇਹ ਵੀ ਚੀਜ਼ ਯਾਦ ਰੱਖਣੀ ਹੈ। ਔਰ ਬਾਕੀ ਜੋ ਬੇਸਿਕ ਫੰਡਾਮੈਂਟਲ ਹੈ ਉਹ IMPS ਕਰਦੀ ਹੈ। ਔਰ UPI ਦੇ ਵਿੱਚ ਇੱਕ ਚੀਜ਼ ਹੋਰ ਜੋ ਹੈ ਜੋ ਤੁਸੀਂ ਯਾਦ ਰੱਖਣੀ ਹੈ, ਲਾਈਕ UPI ਦੇ ਵਿੱਚ ਜੋ IMPS ਨੂੰ ਲੈ ਕੇ ਤੁਹਾਨੂੰ 3-4 ਡਿਟੇਲ ਵਗੈਰਾ ਦੇਣ ਦੀ ਜ਼ਰੂਰਤ ਪੈਂਦੀ ਸੀ, ਉਹਦੀ ਹੁਣ ਜ਼ਰੂਰਤ ਨਹੀਂ ਰਹੂਗੀ। ਅਸੀਂ ਕੀ ਕਰ ਸਕਦੇ ਹਾਂ, ਅਸੀਂ ਸਿੱਧਾ ਆਪਣਾ ਵਰਚੁਅਲ ਐਡਰੈਸ, ਲਾਈਕ ਕੁਝ ਵੀ ਵਰਚੁਅਲ ਐਡਰੈਸ ਹੋ ਸਕਦਾ ਹੈ, ਲਾਈਕ yash@98 ਜੋ ਵੀ ਤੁਹਾਡਾ ਨੰਬਰ ਹੈ, ਜਾਂ yash@OKICICI ਸਮਥਿੰਗ ਲਾਈਕ ਦੈਟ, ਇੱਦਾਂ ਕੁਛ ਹੁੰਦਾ ਹੈ, ਠੀਕ ਹੈ। ਸੋ ਇਹ ਚੀਜ਼ ਵੀ ਤੁਸੀਂ ਕੀ ਹੈ ਯਾਦ ਰੱਖਣੀ ਹੈ। ਉਸ ਤੋਂ ਇਲਾਵਾ ਅਸੀਂ ਹੋਰ ਕੀ ਪੜ੍ਹਨਾ ਹੈ, ਅੱਗੇ ਅਸੀਂ ਚੱਲਦੇ ਹਾਂ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ NFS ਦੀ, ਠੀਕ ਹੈ। NFS ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। NFS ਦੀ ਫੁੱਲ ਫਾਰਮ ਹੁੰਦੀ ਹੈ ਨੈਸ਼ਨਲ ਫਾਈਨੈਂਸ਼ੀਅਲ ਸਵਿਚ, ਠੀਕ ਹੈ। ਹੁਣ ਇਸ ਦੇ ਵਿੱਚ ਕੀ ਹੁੰਦਾ ਹੈ, ਦੇਖੋ ਨੈਸ਼ਨਲ ਫਾਈਨੈਂਸ਼ੀਅਲ ਸਵਿਚ ਜੋ ਹੈ ਇਹ ਇੱਕ ਲਾਰਜੈਸਟ ਨੈਟਵਰਕ ਹੈ ਸ਼ੇਅਰਡ ਆਟੋਮੈਟਿਡ ਟੈਲੀਮਸ਼ੀਨ ਦਾ। ATM ਬਾਰੇ ਤੁਸੀਂ ਸੁਣਿਆ ਹੀ ਹੋਊਗਾ, ਠੀਕ ਹੈ। ਇਹਦਾ ਕੰਮ ਹੁੰਦਾ ਹੈ ਟੂ ਕਨੈਕਟ ਆਲ ਦੀ ATMs, ਠੀਕ ਹੈ। ਸੋ ਇਹ ਸਾਰੇ ATMs ਨੂੰ ਕਨੈਕਟ ਕਰਦਾ ਹੈ। ਇਹ ਵੀ NPCI ਚਲਾਉਂਦੀ ਹੈ ਤੇ ਇਹ ਇੱਕ ਲਾਰਜੈਸਟ ਨੈਟਵਰਕ ਹੈ ਸ਼ੇਅਰਡ ATM ਦਾ। ਹੁਣ ਇਹਦਾ ਜਸਟ ਲਿਖਿਆ ਹੋਇਆ, ਹੁਣ ਮੈਂ ਤੁਹਾਨੂੰ ਡਿਟੇਲ 'ਚ ਦੱਸਦੀ ਹਾਂ ਕੀ ਹੈ। ਫੋਰ ਐਗਜ਼ਾਮਪਲ ਲਾਈਕ ਮੇਰੇ ਕੋਲ ਐਕਸਿਸ ਬੈਂਕ ਦਾ ਕਾਰਡ ਹੈ, ਠੀਕ ਹੈ। ਤੇ ਕੀ ਹੁੰਦਾ ਹੈ, ਮੈਂ ਕਿਸੇ SBI ਦੀ ਬ੍ਰਾਂਚ 'ਚ ਚਲੀ ਗਈ, SBI ਬ੍ਰਾਂਚ ਦੇ ਵਿੱਚ ਪੈਸੇ ਕਢਵਾਉਣ ਲਈ, ਠੀਕ ਹੈ। ਹੁਣ ਇਹ ਕਿੱਦਾਂ ਪੋਸੀਬਲ ਹੋਇਆ, ਕਾਰਡ ਮੇਰੇ ਕੋਲ ਐਕਸਿਸ ਬੈਂਕ ਦਾ ਹੈ ਤੇ ਮੈਂ ਜਾ SBI ਬ੍ਰਾਂਚ 'ਚ ਰਹੀ ਹਾਂ, ਦਿਸ ਇਜ਼ ਪੋਸੀਬਲ ਥਰੂ NFS। ਹੁਣ ਕੀ ਹੁੰਦਾ ਹੈ, ਜੋ ਐਕਸਿਸ ਜਿਹੜਾ ਤੁਹਾਡੇ ਕੋਲ ਕਾਰਡ ਹੈ, ਹੁਣ ਦੇਖੋ ਕੀ ਹੁੰਦਾ, ਜਦੋਂ ਤੁਸੀਂ ਐਕਸਿਸ ਕਾਰਡ ਦੇ ਥਰੂ ਕਰੋਗੇ ਆਪਣੀ ATM 'ਚ ਪੈਸੇ ਵਗੈਰਾ ਕਢਾਓਗੇ ਜਾਂ ਜੋ ਵੀ ਤੁਸੀਂ ਕਰਨ ਜਾ ਰਹੇ ਹੋ, ਕਿੱਦਾਂ ਹੋਊਗਾ ਕਿ ਐਕਸਿਸ ਕਾਰਡ ਦੇ ਨੰਬਰ ਨੂੰ ਦੇਖੋ ਉਹ ਪਹਿਲਾਂ ATM ਪੜੂਗਾ, ਦੈਨ ਉਹ ਰਿਕੁਐਸਟ ਸੈਂਡ ਕਰੂਗਾ SBI ਨੂੰ, ਠੀਕ ਹੈ। ਦੈਨ SBI ਤੋਂ ਉਹ ਜਿਹੜਾ ਮੈਸੇਜ ਹੈ, ਜੋ ਵੀ ਪੂਰੀ ਚੀਜ਼ ਹੈ, ਉਹ ਜਾਊਗੀ NFS ਨੂੰ, ਠੀਕ ਹੈ। ਫਿਰ ਉੱਥੇ ਤੋਂ NFS ਜੋ ਹੈ ਉਹ ਕਿਹਨੂੰ ਮੈਸੇਜ ਭੇਜੂਗਾ ਵਾਪਿਸ, ਐਕਸਿਸ ਬੈਂਕ ਨੂੰ, ਠੀਕ ਹੈ। ਐਕਸਿਸ ਬੈਂਕ ਦਾ ਜੋ ਕੋਰਸ ਉਹ CBS ਸੀਗਾ, ਕੋਰ ਬੈਂਕਿੰਗ ਸੋਲਿਊਸ਼ਨ, ਉਸਨੂੰ, ਠੀਕ ਹੈ। ਔਰ ਜਿਨ੍ਹਾਂ ਨੂੰ ਨਹੀਂ ਪਤਾ ਕੋਰ ਬੈਂਕਿੰਗ ਸੋਲਿਊਸ਼ਨ ਬਾਰੇ, ਉਹ ਮੈਂ ਪਿੱਛੇ ਦੱਸ ਚੁੱਕੀ ਹਾਂ। ਐਂਡ ਦੈਨ ਫਾਈਨਲੀ ਜੋ ਮਨੀ ਹੈ ਉਹ ਅਸੀਂ ਕਢਵਾ ਸਕਦੇ ਹਾਂ। ਸੋ ਜੋ CBS ਹੁੰਦਾ ਹੈ ਨਾ ਹਰ ਬੈਂਕ ਦਾ, ਇਹ ਇਹਨਾਂ ਦੇ ਨਾਲ ਕੀ ਹੈ, ਕਨੈਕਟ ਹੁੰਦਾ ਹੈ, ਠੀਕ ਹੈ। ਸੋ CBS ਹੁੰਦਾ ਹੈ ਕੋਰ ਬੈਂਕਿੰਗ ਸੋਲਿਊਸ਼ਨ, ਤੁਸੀਂ ਵੀਡੀਓ ਦੇਖ ਸਕਦੇ ਹੋ, ਉਹਦੇ 'ਚ ਮੈਂ ਡਿਟੇਲ 'ਚ ਦੱਸਿਆ ਹੋਇਆ ਹੈ, ਠੀਕ ਹੈ। ਤਾਂ ਕੀ ਹੋਇਆ, ਐਕਸਿਸ ਕਾਰਡ ਦੇ ਨੰਬਰ ਨੂੰ ਪੜੂਗਾ, ਰਿਕੁਐਸਟ ਸੈਂਡ ਹੋਊਗੀ SBI ਨੂੰ, ਫਰੋਮ SBI NFS ਕੋਲ ਜਾਊਗਾ ਮੈਸੇਜ, NFS ਤੋਂ ਐਕਸਿਸ ਬੈਂਕ ਦੇ ਕੋਰ ਬੈਂਕਿੰਗ ਸੋਲਿਊਸ਼ਨ ਕੋਲ ਜਾਊਗਾ, ਐਂਡ ਦੈਨ ਫਾਈਨਲੀ ਮਨੀ ਜੋ ਹੈ ਉਹ ਅਸੀਂ ਕਢਵਾ ਸਕਦੇ ਹਾਂ, ਠੀਕ ਹੈ। ਸੋ ਜਿਹੜੇ ਜਿੰਨੇ ਵੀ ਬੈਂਕ ਦੇ ਕੋਰ ਬੈਂਕਿੰਗ ਸੋਲਿਊਸ਼ਨ ਹੈ, ਠੀਕ ਹੈ, ਉਹ ਸਾਰੇ ਕੀ ਹੁੰਦੇ ਆ, ਇਹਦੇ ਨਾਲ ਕਨੈਕਟ ਹੁੰਦੇ ਆ, ਠੀਕ ਹੈ। ਤਾਂ ਇਹ ਚੀਜ਼ ਹੈ, ਹੁਣ ਤੁਸੀਂ ਕੋਈ ਵੀ ਕਾਰਡ ਲੈ ਕੇ ਕਿਸੇ ਵੀ ਬੈਂਕ ਦੇ ATM ਦੇ ਵਿੱਚ ਜਾ ਕੇ ਪੈਸੇ ਕਢਵਾ ਸਕਦੇ ਆ, ਦੈਟ ਇਜ਼ ਓਨਲੀ ਡਿਊ ਟੂ NFS। ਹੁਣ ਅਸੀਂ ਅੱਗੇ ਮੂਵ ਔਨ ਕਰਦੇ ਹਾਂ। ਆ ਦੇਖੋ ATM ਦੀ ਮੈਂ ਪਿਕਚਰ ਲਗਾ ਰੱਖੀ ਹੈ ਤੇ ਇਹ ਤੁਹਾਡਾ ਕਾਰਡ ਹੈ, ਡੈਬਿਟ ਕਾਰਡ,
ਤੇ ਇਹਦੇ ਉੱਪਰ ਸਾਰੀ ਡਿਟੇਲਸ ਵਗੈਰਾ ਦਿੱਤੀਆਂ ਹੁੰਦੀਆਂ ਨੇ। ਦੈਨ ਅਸੀਂ ਗੱਲ ਕਰਦੇ ਹਾਂ ਭੀਮ ਐਪ ਦੀ। ਭੀਮ ਐਪ ਬਾਰੇ ਵੈਸੇ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਆਲਰੇਡੀ, ਬਟ ਭੀਮ ਐਪ ਇੱਥੇ ਲਿਖਿਆ ਹੋਇਆ ਤਾਂ ਅਸੀਂ ਪੜ੍ਹ ਲੈਂਦੇ ਹਾਂ ਕਿ ਅਗਰ ਕੋਈ ਇੱਦਾਂ ਨੇ ਨਾ ਹੋਵੇ, ਕੋਈ ਨਵੀਂ ਗੱਲ ਨਾ ਲਿਖੀ ਹੋਵੇ। ਤੇ ਇਹ ਦੇਖੋ ਇੱਕ ਇੰਡੀਅਨ ਮੋਬਾਈਲ ਪੇਮੈਂਟ ਐਪ ਹੈ। ਇਹਨੂੰ ਵੀ ਡਿਵੈਲਪ ਕਰਿਆ ਸੀਗਾ NPCI ਨੇ। ਇਹ ਵੀ ਕਿਸ ਤੇ ਬੇਸਡ ਹੈ? UPI ਸਿਸਟਮ ਤੇ ਬੇਸਡ ਹੈ। ਇਹਨੂੰ ਲਾਂਚ ਕਰਿਆ ਗਿਆ ਸੀ 2016 ਦੇ ਵਿੱਚ। ਇਸ ਦਾ ਜੋ ਨਾਮ ਹੈ ਦੈਟ ਇਜ਼ ਆਫਟਰ ਡਾਕਟਰ ਭੀਮ ਰਾਓ ਅੰਬੇਦਕਰ, ਠੀਕ ਹੈ। ਇਸ ਨੂੰ ਵੀ ਇਸੇ ਲਈ ਬਣਾਇਆ ਗਿਆ ਸੀ ਕਿ ਇਲੈਕਟ੍ਰੋਨਿਕ ਪੇਮੈਂਟ ਜੋ ਹੈ ਕਰ ਸਕਣ, ਠੀਕ ਹੈ, ਬੈਂਕ ਦੇ ਥਰੂ ਡਾਇਰੈਕਟਲੀ, ਔਰ ਤਾਂ ਕਿ ਜੋ ਹੈ ਕੈਸ਼ਲੈਸ ਟ੍ਰਾਂਜੈਕਸ਼ਨ ਹੋਣ। ਔਰ ਉਸ ਤੋਂ ਇਲਾਵਾ ਜੋ ਟ੍ਰਾਂਜੈਕਸ਼ਨ ਹੈ ਉਹ ਤੁਹਾਡੇ ਲਾਈਕ ਡਾਇਰੈਕਟਲੀ ਬੈਂਕ ਦੇ ਥਰੂ ਹੋ ਜਾਂਦੀਆਂ ਨੇ। ਸੋ ਬੇਸਿਕਲੀ ਇਹਨੇ ਨਾ ਮੋਬਾਈਲ ਵਾਲਟ ਜੋ ਰਿਚਾਰਜ ਕਰਦੇ ਸੀ ਉਸਨੂੰ ਰਿਪਲੇਸ ਕਰਤਾ ਸੀ। ਦੇਖੋ 2016 ਚ ਆਈ ਹੈ, ਸੋ ਉਸ ਅਕੋਰਡਿੰਗ ਦੱਸ ਰਹੀ ਹਾਂ ਮੈਂ, ਉਸ ਟਾਈਮ ਦੇ ਅਕੋਰਡਿੰਗ। ਦੇਖੋ ਜੋ ਇਹ ਭੀਮ ਐਪ ਹੈ, ਇਹ ਤੁਹਾਨੂੰ ਪਤਾ ਹੈ ਕਿ ਇਹ ਇੱਕ ਗਵਰਨਮੈਂਟ ਐਪ ਹੈ। ਜਿਹੜੀ ਭੀਮ ਐਪ ਸੀਗੀ, ਇਹਦੇ ਆਉਣ ਤੋਂ ਪਹਿਲਾਂ ਪੇਟੀਐਮ ਲਾਂਚ ਹੋਇਆ ਸੀਗਾ, ਠੀਕ ਹੈ। ਤੇ ਇਸ ਦੇ ਵਿੱਚ ਕੀ ਹੁੰਦਾ ਸੀ ਕਿ ਲਾਈਕ ਪੇਟੀਐਮ ਵਾਲਟ ਹੁੰਦਾ ਸੀਗਾ ਇੱਕ। ਉਸ 'ਚ ਕੀ ਹੁੰਦਾ ਸੀਗਾ ਕਿ ਵਾਲਟ ਮਨੀ ਕੀ ਹੁੰਦੀ ਹੈ? ਦੇਖੋ ਵਾਲਟ ਮਨੀ ਜਿਹੜੀ ਹੈਗੀ ਹੈ, ਲਾਈਕ ਉਸ 'ਚ ਕੀ ਹੁੰਦੇ, ਤੁਸੀਂ ਵਾਲਟ ਦੇ ਵਿੱਚ ਆਪਣੇ 'ਚ ਪੈਸੇ ਪਾਉਂਦੇ ਹੋ ਬੈਂਕ ਤੋਂ ਲੈ ਕੇ, ਠੀਕ ਹੈ। ਦੈਨ ਫਿਰ ਕੋਈ ਪੇਮੈਂਟ ਵਗੈਰਾ ਕਰਦੇ ਹੋ, ਠੀਕ ਹੈ। ਅਸੀਂ ਜੋ ਫੋਨ ਪੇ, ਗੂਗਲ ਪੇ ਯੂਜ਼ ਕਰਦੇ ਹਾਂ, ਇਹ ਡਾਇਰੈਕਟਲੀ ਬੈਂਕ ਦੇ ਥਰੂ ਸਾਡੀ ਟ੍ਰਾਂਜੈਕਸ਼ਨ ਹੋ ਜਾਂਦੀ ਹੈ। ਇਹਦੇ 'ਚ ਕੋਈ ਸਾਨੂੰ ਵਾਲਟ ਵਗੈਰਾ 'ਚ ਪੈਸੇ ਨਹੀਂ ਪਾਉਣੇ ਪੈਂਦੇ, ਠੀਕ ਹੈ। ਪੇਟੀਐਮ ਦਾ ਜਿਹੜਾ ਵਾਲਟ ਬੈਂਕ ਸੀ ਉਹ ਕੀ ਕਰਦਾ ਸੀ? ਪੇਟੀਐਮ ਦਾ ਜਿਹੜਾ ਵਾਲਟ ਸੀਗਾ ਉਹ ਕੀ ਕਰਦਾ ਸੀ? ਬੈਂਕ ਅਕਾਊਂਟ ਤੋਂ ਪੈਸੇ ਲੈਂਦਾ ਸੀ ਔਰ ਵਾਲਟ ਦੇ ਅੰਦਰ ਸਟੋਰ ਕਰਦਾ ਸੀ। ਲੇਕਿਨ ਜਿਹੜੀ ਭੀਮ ਐਪ ਸੀ ਉਹਦੇ 'ਚ ਕੋਈ ਵਾਲਟ ਨਹੀਂ ਹੁੰਦਾ ਸੀਗਾ, ਠੀਕ ਹੈ। ਭੀਮ ਐਪ ਦੇ ਅੰਦਰ ਡਾਇਰੈਕਟਲੀ ਬੈਂਕ ਅਕਾਊਂਟ ਤੋਂ ਹੀ ਪੈਸੇ ਕੀ ਹੋ ਜਾਂਦੇ ਸੀ? ਟ੍ਰਾਂਸਫਰ ਹੁੰਦੇ ਸੀਗੇ। ਸੋ ਇਸ ਲਈ ਨਾ ਇਹ ਉਸ ਟਾਈਮ ਜਦੋਂ ਆਇਆ ਸੀ ਤਾਂ ਇਹਨੇ ਜਿਹੜਾ ਮੋਬਾਈਲ ਵਾਲਟ ਰਿਚਾਰਜਿੰਗ ਵਗੈਰਾ ਹੁੰਦੀ ਸੀ ਨਾ, ਇਸ ਨੂੰ ਰਿਪਲੇਸ ਕਰਤਾ ਸੀ, ਠੀਕ ਹੈ। ਸੋ ਹੁਣ ਚੱਲਦੇ ਹਾਂ ਅਸੀਂ ਅੱਗੇ। ਹੁਣ ਗੱਲ ਕਰਦੇ ਹਾਂ ਡਿਫਰੈਂਸ ਕੀ ਆ ਬਿਟਵੀਨ ਭੀਮ ਐਂਡ UPI। याद रखिए UPI एक प्लेटफॉर्म है, वाइल जो भीम है एक सेपरेट मोबाइल वॉलेट ऐप है। UPI जो है रियल टाइम पेमेंट सिस्टम है दैट हेल्प इन दी इंस्टेंट एंड क्विक ट्रांसफर ऑफ फंड बिटवीन टू बैंक अकाउंट। बल्कि और उस तो इलावा जो भीम ऐप है वो एक एप्लीकेशन है थ्रू विच द ट्रांसफर कैन बी डन, ठीक है। ਹੁਣ ਅਸੀਂ ਗੱਲ ਕਰਦੇ ਹਾਂ ਸਿਕਿਉਰਿਟੀ ਔਥੈਂਟੀਕੇਸ਼ਨ ਦੀ। ਇਹ ਹਾਂ, ਜੋ ਅਸੀਂ ਇਹ ਐਪਸ ਵਗੈਰਾ ਯੂਜ਼ ਕਰਦੇ ਨੇ ਇਹਨਾਂ ਦੇ ਵਿੱਚ ਕਿੰਨੇ ਲੈਵਲ ਦੀ ਲਾਈਕ ਸਿਕਿਉਰਿਟੀ ਔਥੈਂਟੀਕੇਸ਼ਨ ਹੁੰਦੀ ਹੈ? ਦੇਖੋ 3 ਲੈਵਲ ਦੀ ਔਥੈਂਟੀਕੇਸ਼ਨ ਹੁੰਦੀ ਹੈ। ਸਭ ਤੋਂ ਪਹਿਲਾਂ ਜੋ ਐਪ ਹੈ ਕੋਈ ਵੀ ਤੁਸੀਂ ਡਾਊਨਲੋਡ ਕਰੀ ਹੈ ਉਹ ਤੁਸੀਂ ਬਾਈਂਡ ਕਰੋਗੇ, ਠੀਕ ਹੈ। ਬਾਈਂਡ ਕਰੂਗੀ ਉਹ ਐਪ ਤੁਹਾਡੀ ਡਿਵਾਈਸ ਦੀ ਜੋ ID ਹੈ ਤੁਹਾਡੇ ਮੋਬਾਈਲ ਨੰਬਰ ਨਾਲ। ਦੈਨ ਜੋ ਯੂਜ਼ਰ ਹੈ ਉਸਨੂੰ ਆਪਣਾ ਕੋਈ ਵੀ ਜੋ ਬੈਂਕ ਅਕਾਊਂਟ ਹੈਗਾ ਉਸਨੂੰ ਸਿੰਕ ਕਰਨਾ ਪੈਂਦਾ ਹੈ ਤਾਂ ਕਿ ਉਹ ਕੋਈ ਤਾਂ ਬੈਂਕ ਅਕਾਊਂਟ ਐਡ ਕਰਨਾ ਪਊਗਾ ਨਾ ਕਿ ਤੁਸੀਂ ਟ੍ਰਾਂਜੈਕਸ਼ਨ ਵਗੈਰਾ ਕਰ ਸਕੋ, ਠੀਕ ਹੈ। ਤੇ ਉਹ ਸਿੰਕ ਹੋਊਗਾ। ਦੈਨ ਫਿਰ ਇੱਕ ਪਿਨ ਕ੍ਰੀਏਟ ਹੋਊਗੀ, ਠੀਕ ਹੈ, ਕਿ ਨੈਕਸਟ ਟਾਈਮ ਜਦੋਂ ਵੀ ਤੁਸੀਂ ਉਸ ਐਪ ਤੋਂ ਟ੍ਰਾਂਜੈਕਸ਼ਨ ਕਰਦੇ ਹੋ ਤਾਂ ਤੁਹਾਨੂੰ ਲੌਗਇਨ ਕਰਨਾ ਪਊਗਾ ਕੋਈ ਵੀ ਟ੍ਰਾਂਜੈਕਸ਼ਨ ਕਰਨ ਲਈ, ਠੀਕ ਹੈ। ਸੋ ਇਹਦੇ 'ਚ 3 ਲੈਵਲ ਦੀ ਸਿਕਿਉਰਿਟੀ ਔਥੈਂਟੀਕੇਸ਼ਨ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਰੁਪੇ ਕਾਰਡ ਦੀ। ਰੁਪੇ ਕਾਰਡ ਕੀ ਹੁੰਦਾ ਹੈ? ਦੇਖੋ ਰੀਸੈਂਟਲੀ ਇਹ ਨਿਊਜ਼ ਦੇ ਵਿੱਚ ਸੀਗਾ that NPCI ਵੇਖ ਰਹੀ ਸੀਗੀ ਕਿ looking at various opportunities to tie up with global financial service entity to make rupee card at par with Visa or Mastercard। ਤੁਸੀਂ ਦੇਖੋ ਵੇਖੇ ਹੋਣਗੇ Visa ਜਾਂ Mastercard, ਠੀਕ ਹੈ। let me show you। ਆ ਦੇਖੋ आई थिंक मैं ਇੱਥੇ ਪਿਕਚਰ ਨਹੀਂ ਪਾਈ ਹੈ ਸ਼ਾਇਦ, ਹਾਂਜੀ ਸ਼ਾਇਦ ਨਹੀਂ ਪਾਈ ਹੈ। ਚਲੋ ਕੋਈ ਗੱਲ ਨਹੀਂ, ਤੁਹਾਡੇ ਕੋਲ ਅਗਰ ਡੈਬਿਟ ਜਾਂ ਕ੍ਰੈਡਿਟ ਕਾਰਡ ਹੋਊਗਾ ਤਾਂ ਉਹਦੇ ਉੱਪਰ ਤੁਸੀਂ ਦੇਖਿਓ ਇੱਥੇ ਲਿਖਿਆ ਹੋਇਆ ਹੁੰਦਾ, ਜਿਵੇਂ ਕਿ ਦੇਖੋ ਰੁਪਏ ਲਿਖਿਆ ਹੋਇਆ ਨਾ ਇੱਥੇ, ਤੇ ਉਹਦੇ ਵਿੱਚ ਵੀ ਲਿਖਿਆ ਹੋਇਆ ਹੁੰਦਾ ਹੈ ਮਾਸਟਰ ਕਾਰਡ ਜਾਂ ਵੀਜ਼ਾ, ਠੀਕ ਹੈ। ਤੇ ਦੇਖੋ ਇਹ ਕੀ ਹੈ, ਜੋ ਰੁਪਏ ਹੈ ਉਹ ਇੱਕ ਇਹ ਜੋ ਵੀਜ਼ਾ ਔਰ ਮਾਸਟਰ ਕਾਰਡ ਹੈ ਇਹ ਇੱਕ ਲਾਈਕ ਪੇਮੈਂਟ ਗੇਟਵੇ ਹੁੰਦੇ ਨੇ
ਜਿਹਦੇ ਥਰੂ ਜੋ ਹੈ ਅਸੀਂ ਜੋ ਮਤਲਬ ਲਾਈਕ ਤੁਹਾਨੂੰ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਕੀ ਕਰਦੇ ਨੇ, ਇਸ਼ੂ ਕਰਦੇ ਨੇ। ਦੇਖੋ ਇਸ ਨੂੰ ਅਗਰ ਚੰਗੇ ਤਰੀਕੇ ਨਾਲ ਸਮਝਣਾ ਦੈਨ ਮੈਂ ਤੁਹਾਨੂੰ ਜਦੋਂ MDR ਸਮਝਾਵਾਂਗੀ ਨਾ ਤਾਂ ਉਹਦੇ 'ਚ ਮੈਂ ਤੁਹਾਨੂੰ ਦੱਸਦੀ ਹਾਂ ਕੀ ਹੁੰਦਾ ਹੈ। ਪਹਿਲਾਂ ਅਸੀਂ ਰੀਡ ਕਰ ਲੈਂਦੇ ਹਾਂ ਕੀ ਲਿਖਿਆ ਹੋਇਆ। ਰੁਪਏ ਜੋ ਹੈ ਇਹ ਇੱਕ ਇੰਡੀਅਨ ਮਲਟੀਨੈਸ਼ਨਲ ਫਾਈਨੈਂਸ਼ੀਅਲ ਸਰਵਿਸ ਐਂਡ ਪੇਮੈਂਟ ਸਰਵਿਸ ਸਿਸਟਮ ਹੈ। ਇਸ ਨੂੰ ਵੀ NPCI ਨੇ ਲਾਂਚ ਕਰਿਆ ਸੀ 2014 ਦੇ ਵਿੱਚ, ਔਰ ਆਬਜੈਕਟਿਵ ਸੀਗਾ ਲੈਸ ਕੈਸ਼ ਇਕੋਨਮੀ, ਕੈਸ਼ਲੈਸ ਇਕੋਨਮੀ ਨਹੀਂ, ਲੈਸ ਕੈਸ਼, ਠੀਕ ਹੈ। ਸੋ ਇਹ ਇੰਟਰੋਡਿਊਸ ਕਰਿਆ ਸੀ ਐਜ਼ ਐਨ ਆਲਟਰਨੇਟਿਵ ਟੂ ਮਾਸਟਰ ਕਾਰਡ ਐਂਡ ਵੀਜ਼ਾ। ਹੁਣ ਮਾਸਟਰ ਕਾਰਡ ਔਰ ਵੀਜ਼ਾ ਕਾਰਡ ਦੇ ਆਲਟਰਨੇਟਿਵ ਦੇ ਥਰੂ ਤੇ ਇਸ ਨੂੰ ਲਾਂਚ ਕੀਤਾ ਗਿਆ ਸੀ। ਦੇਖੋ ਤੁਸੀਂ ਵੇਖਿਆ ਹੋਊਗਾ ਕਿ ਜਦੋਂ ਵੀ ਤੁਸੀਂ ਕੋਈ ਵੀ ਟ੍ਰਾਂਜੈਕਸ਼ਨ ਕਰਦੇ ਹੋ ਕਾਰਡ ਦੇ ਥਰੂ, ਤੇ ਕਾਰਡ ਦੇ ਉੱਪਰ ਤੁਸੀਂ ਆਪਣੇ ਦੇ ਉੱਪਰ ਚੈੱਕ ਕਰਿਓ ਕੀ ਲਿਖਿਆ ਹੈ, ਵੀਜ਼ਾ ਲਿਖਿਆ ਹੈ, ਮਾਸਟਰ ਕਾਰਡ ਲਿਖਿਆ ਹੈ, ਠੀਕ ਹੈ। ਤਾਂ ਉਹ ਕਿਉਂ ਲਿਖਿਆ ਹੋਇਆ ਹੁੰਦਾ ਹੈ, ਉਹਦਾ ਕੀ ਮਕਸਦ ਹੈ, ਉਹ ਮੈਂ ਦੱਸਦੀ ਹਾਂ। ਡੋਂਟ ਵਰੀ, ਤੁਹਾਨੂੰ ਥੋੜਾ ਜਿਹਾ ਵੇਟ ਕਰ ਲਓ, 5 ਮਿੰਟ, ਮੈਂ ਤੁਹਾਨੂੰ ਅੱਗੇ ਦੱਸਦੀ ਹਾਂ, ਠੀਕ ਹੈ। ਹੁਣ ਰੁਪਏ ਜਿਹੜਾ ਆਫਰ ਹੈ, ਰੁਪਏ ਦੇ ਵਿੱਚ ਕੀ ਹੁੰਦਾ, ਡੈਬਿਟ, ਕ੍ਰੈਡਿਟ, ਪ੍ਰੀਪੇਡ, ਗਵਰਨਮੈਂਟ ਸਕੀਮ ਕਾਰਡਸ, ਠੀਕ ਹੈ। ਇਹ ਸਾਰਾ ਕੁਝ ਤੁਹਾਨੂੰ ਜਿਹੜਾ ਹੈਗਾ ਇਹ ਪ੍ਰੋਵਾਈਡ ਕਰਦਾ ਹੈ, ਠੀਕ ਹੈ। ਹੁਣ ਦੇਖੋ ਕੀ ਹੁੰਦਾ ਹੈ, ਲਾਈਕ ਜੋ ਇਹ ਵੀਜ਼ਾ ਔਰ ਮਾਸਟਰ ਕਾਰਡ ਹੈ ਨਾ, ਇੱਕ ਪੇਮੈਂਟ ਗੇਟਵੇ ਹੈ। ਹੁਣ ਤੁਹਾਨੂੰ ਪਤਾ ਹੈ ਕਿ ਅਲੱਗ-ਅਲੱਗ ਜੋ ਬੈਂਕ ਹੈ, ਠੀਕ ਹੈ, ਤੁਸੀਂ ਹੁਣ ਕਿਸੇ ਮਰਚੈਂਟ ਕੋਲ ਜਾਂਦੇ ਹੋ, ਹਨਾ, ਤੁਸੀਂ ਬੈਂਕ ਦੇ ਥਰੂ ਕੀ ਕਰਦੇ ਹੋ, ਸੌਰੀ ਕਾਰਡ ਦੇ ਥਰੂ ਕੀ ਕਰਦੇ ਹੋ, ਕੋਈ ਨਾ ਕੋਈ ਟ੍ਰਾਂਜੈਕਸ਼ਨ ਕਰਦੇ ਹੋ। ਹੁਣ ਇੱਦਾਂ ਤਾਂ ਹੈ ਨਹੀਂ ਕਿ ਅਲੱਗ-ਅਲੱਗ ਜਿਹੜੇ ਬੈਂਕ ਹੈ ਅਲੱਗ-ਅਲੱਗ ਮਰਚੈਂਟ ਦੇ ਕੋਲ ਜਾਓਗੇ ਕਿ ਨਹੀਂ ਤੁਸੀਂ ਸਾਡਾ ਕਾਰਡ ਲੈ ਲਓ, ਠੀਕ ਹੈ। ਸੋ ਕੀ ਹੁੰਦਾ ਹੈ, ਜੋ ਵੀਜ਼ਾ ਜੋ ਹੈ ਇਹ ਵਿੱਚ ਚ ਆ ਜਾਂਦਾ ਹੈ, ਵੀਜ਼ਾ ਜਾਂ ਮਾਸਟਰ ਕਾਰਡ, ਇਹ ਕੀ ਕਰਦੇ ਨੇ, ਇਹ ਡੈਬਿਟ ਜਾਂ ਕ੍ਰੈਡਿਟ ਕਾਰਡ ਕਰਦੇ ਨੇ ਪ੍ਰੋਵਾਈਡ ਆਫ ਵੇਰੀਅਸ ਬੈਂਕਸ ਟੂ ਦਾ ਕਸਟਮਰਸ। ਤਾਂ ਵੀਜ਼ਾ ਔਰ ਮਾਸਟਰ ਕਾਰਡ ਜੋ ਹੈ ਇਹ ਆਊਟਸਾਈਡ ਕੰਪਨੀਜ਼ ਨੇ, ਠੀਕ ਹੈ। ਸੋ ਇੰਡੀਆ ਨੇ ਕੀ ਕੀਤਾ, ਇਹਨਾਂ ਨੇ ਆਪਣਾ ਖੁਦ ਦਾ ਰੁਪਏ ਕਾਰਡ ਲਾਂਚ ਕੀਤਾ, ਜੋ ਕਿ NPCI ਦੇ ਦੁਆਰਾ ਕੀਤਾ ਗਿਆ ਸੀਗਾ। ਤੁਹਾਨੂੰ ਪਤਾ ਹੈ ਕਾਰਡਸ ਕੀ ਆ, ਪਲਾਸਟਿਕ ਮਨੀ ਹੁੰਦੀ ਹੈ, ਠੀਕ ਹੈ। ਪਹਿਲਾਂ ਕੀ ਹੁੰਦਾ ਸੀ, ਕਾਰਡਸ ਜਿਹੜੇ ਸੀਗੇ ਉਹਦੇ ਵਿੱਚ ਨਾ ਮੈਗਨੇਟਿਕ ਸਟ੍ਰਿਪ ਲੱਗੀ ਹੁੰਦੀ ਸੀ ਜਿਸ ਨੂੰ ਅਸੀਂ ਸਵਾਈਪ ਕਰਦੇ ਸੀ, ਲੇਕਿਨ ਨਾਓ ਦੇ ਆਰ ਆਫ ਪਿਨ। ਹੁਣ ਕਿਸ ਚੀਜ਼ ਦੇ ਨੇ, ਉਹ ਪਿਨ ਦੇ ਨੇ। ਵੀਜ਼ਾ ਜੋ ਹੈ ਉਹ ਇੱਕ ਪੇਮੈਂਟ ਗੇਟਵੇ ਹੈ। ਪਲਾਸਟਿਕ ਮਨੀ ਜੋ ਹੈ ਉਹ ਇੱਕ ਟਰਮ ਹੈ ਜੋ ਕਿ ਪਲਾਸਟਿਕ ਮਨੀ ਚਲੋ ਛੱਡੋ ਇਸ ਨੂੰ, ਬਸ ਵੀਜ਼ਾ ਯਾਦ ਰੱਖਿਓ, ਇੱਕ ਪੇਮੈਂਟ ਗੇਟਵੇ ਹੈ। ਔਰ ਇਸ ਦੇ ਆਲਟਰਨੇਟਿਵ ਜੋ ਰੁਪਏ ਹੈ ਉਸ ਨੂੰ ਲੈ ਕੇ ਆਇਆ ਗਿਆ ਰੁਪਏ ਕਾਰਡ ਨੂੰ, ਠੀਕ ਹੈ। ਸੋ ਬਾਕੀ ਇੱਥੇ ਕ੍ਰੈਡਿਟ ਕਾਰਡ, ਡੈਬਿਟ ਕਾਰਡ ਬਾਰੇ ਤੁਹਾਨੂੰ ਪਤਾ ਹੋਊਗਾ। ਕ੍ਰੈਡਿਟ ਕਾਰਡ ਜੋ ਹੈ ਉਹਦੇ 'ਚ ਤੁਸੀਂ ਕੈਸ਼ਲੈਸ ਪੇਮੈਂਟ ਕਰ ਸਕਦੇ ਹੋ, ਲੇਕਿਨ ਉਹਦੇ 'ਚ ਜੋ ਸਪੈਂਡਿੰਗ ਲਿਮਿਟ ਹੈ, ਕਿੰਨਾ ਤੁਸੀਂ ਪੈਸਾ ਸਪੈਂਡ ਕਰੋਗੇ, ਉਹ ਸੈੱਟ ਕੀਤਾ ਹੁੰਦਾ ਹੈ, ਠੀਕ ਹੈ। ਔਰ ਬਹੁਤ ਸਾਰੇ ਕ੍ਰੈਡਿਟ ਕਾਰਡਸ ਬਾਰੇ ਤੁਸੀਂ ਸੁਣਿਆ ਵੀ ਹੋਊਗਾ, ਲਾਈਕ ਅਮਰੀਕਨ ਐਕਸਪ੍ਰੈਸ, ਮਾਸਟਰ ਕਾਰਡ, ਵੀਜ਼ਾ, ਠੀਕ ਹੈ। ਇਹ ਕ੍ਰੈਡਿਟ ਕਾਰਡ ਨੇ। ਦੂਜਾ ਇੱਕ ਹੁੰਦੇ ਆ ਤੁਹਾਡੇ ਡੈਬਿਟ ਕਾਰਡਸ, ਜਾਂ ਇਹਨਾਂ ਨੂੰ ATM ਕਾਰਡ ਵੀ ਬੋਲਦੇ ਆ। ਇਹ ਜਿਹੜੇ ਕਾਰਡ ਹੁੰਦੇ ਆ ਤੁਹਾਡੇ ਡਾਇਰੈਕਟਲੀ ਲਿੰਕ ਹੁੰਦੇ ਨੇ ਤੁਹਾਡੇ ਜੋ ਕਸਟਮਰ ਹੈ ਉਹਦੇ ਬੈਂਕ ਅਕਾਊਂਟ ਤੋਂ, ਠੀਕ ਹੈ। ਤੇ ਇਸ ਦੇ ਵਿੱਚ ਜੋ ਵੀ ਤੁਸੀਂ ਟ੍ਰਾਂਜੈਕਸ਼ਨ ਕਰਦੇ ਹੋ ਨਾਲ ਦੀ ਨਾਲ ਜੋ ਹੈ ਤੁਹਾਡੇ ਬੈਂਕ ਅਕਾਊਂਟ ਤੋਂ ਹੋ ਜਾਂਦੀ ਹੈ, ਠੀਕ ਹੈ। ਔਰ ਇਸ ਦੇ ਵਿੱਚ ਲੇਕਿਨ ਤੁਹਾਨੂੰ ਕੋਈ ਵੀ ਕ੍ਰੈਡਿਟ ਫੈਸਿਲਿਟੀ ਨਹੀਂ ਮਿਲਦੀ, ਠੀਕ ਹੈ। ਔਰ ਬਹੁਤ ਸਾਰੇ ਤੁਹਾਨੂੰ ਡੈਬਿਟ ਕਾਰਡ ਵੀ ਤੁਸੀਂ ਸੁਣੇ ਹੋਣਗੇ, ਲਾਈਕ ਮੈਸਟਰੋ, ਪੋਸਟ ਕਾਰਡ, ਇਹ ਵਗੈਰਾ, ਠੀਕ ਹੈ। ਬਾਕੀ ਹੋਰ ਵੀ ਬਹੁਤ ਤਰ੍ਹਾਂ ਦੇ ਕਾਰਡ ਹੁੰਦੇ ਨੇ, ਉਹਨਾਂ ਬਾਰੇ ਅਸੀਂ ਪੜ੍ਹਨਾ ਨਹੀਂ ਆ, ਬਸ ਇੰਨਾ ਹੀ ਅਸੀਂ ਪੜ੍ਹਨਾ ਸੀਗਾ, ਠੀਕ ਹੈ। ਸੋ ਲੈਟਸ ਮੂਵ ਫਰਦਰ। ਇਹ ਰੁਪਏ ਕਾਰਡ ਹੈ, ਠੀਕ ਹੈ, ਡੈਬਿਟ ਕਾਰਡ ਹੈ ਇਹ, ਸੋ ATM ਕਾਰਡ, ਠੀਕ ਹੈ। ਤੇ ਕਾਰਡ ਔਥੈਂਟੀਕੇਸ਼ਨ, ਇਹਦੇ 'ਚ ਕੀ ਹੁੰਦਾ ਹੈ, ਕਾਰਡ ਔਥੈਂਟੀਕੇਸ਼ਨ ਤੁਸੀਂ ਵੇਖਿਆ ਹੀ ਹੋਊਗਾ, 2 ਲੈਵਲ ਦੀ ਔਥੈਂਟੀਕੇਸ਼ਨ ਹੁੰਦੀ ਹੈ ਇਸ 'ਚ, ਕਿ ਅਗਰ ਕੋਈ ਵੀ ਟ੍ਰਾਂਜੈਕਸ਼ਨ ਕਰਨੀ ਹੈ ਦੈਨ ਯੂ ਸ਼ੁਡ ਹੈਵ ਦੀ ਕਾਰਡ ਇਟਸੈਲਫ, ਮਤਲਬ ਫਿਜ਼ੀਕਲੀ ਪ੍ਰੈਜ਼ੈਂਟ ਹੋਣਾ ਚਾਹੀਦਾ ਉਹ ਕਾਰਡ। ਦੂਸਰਾ ਉਹਦਾ ਪਿਨ ਨੰਬਰ, ਠੀਕ ਹੈ। ਤੁਸੀਂ ATM ਅਗਰ ਯੂਜ਼ ਕਰਦੇ ਹੋ ਤਾਂ ਤੁਸੀਂ ਬਹੁਤ ਚੰਗੀ ਤਰ੍ਹਾਂ ਅਵੇਅਰ ਹੋਵੋਗੇ ਇਸ ਚੀਜ਼ ਨੂੰ ਲੈ ਕੇ। ਤੇ ਉਸ ਤੋਂ ਬਾਅਦ ਅਸੀਂ ਚੱਲਦੇ ਹਾਂ MDR, ਮਰਚੈਂਟ ਡਿਸਕਾਊਂਟ ਰੇਟ। ਹੁਣ ਦੇਖੋ ਇੱਥੇ ਤੁਹਾਨੂੰ ਨਾਮ ਤੋਂ ਹੀ ਪਤਾ, ਤੁਸੀਂ ਨਾਮ ਤੋਂ ਸ਼ਾਇਦ ਮੇਬੀ ਸੋਚੋਗੇ ਕਿ ਮਰਚੈਂਟ ਡਿਸਕਾਊਂਟ ਰੇਟ ਹੈ ਤਾਂ ਕਾਈਂਡ ਆਫ ਇੱਦਾਂ ਹੋਊਗਾ ਕਿ ਕਿਸੇ ਮਰਚੈਂਟ ਵਪਾਰੀ ਨੂੰ ਡਿਸਕਾਊਂਟ ਦਿੱਤਾ ਜਾ ਰਿਹਾ, ਬਟ ਇਹ ਇਸ ਤੋਂ ਬਿਲਕੁਲ ਉਲਟ ਹੈ। ਦੇਖੋ ਕੀ ਹੁੰਦਾ ਹੈ, ਹੁਣ ਦੇਖੋ ਸਮਟਾਈਮਸ ਕੀ ਹੁੰਦਾ ਹੈ, ਜਦੋਂ ਵੀ ਅਸੀਂ ਮੋਬਾਈਲ ਵਗੈਰਾ ਸ਼ਾਪ ਤੇ ਬਾਈ ਕਰਨ ਜਾਂਦੇ ਹਾਂ, ਠੀਕ ਹੈ, ਲੈਟਸ ਸੇ 10,000 ਰੁਪੀਜ਼ ਦਾ, ਠੀਕ ਹੈ। ਸਮਟਾਈਮਸ ਤੁਸੀਂ ਵੇਖਿਆ ਹੋਊਗਾ ਕਿ ਓਨਰ ਸਾਨੂੰ ਬੋਲ ਦਿੰਦਾ ਹੈ ਕਿ ਤੁਸੀਂ ਅਗਰ ਕੈਸ਼ 'ਚ ਪੇਮੈਂਟ ਕਰੋਗੇ ਤਾਂ ਤੁਹਾਨੂੰ ਨਾ ਮੋਬਾਈਲ ਮੈਂ 9500 to 9700 ਦਾ ਦੇ ਦਾਂਗਾ, ਬਟ ਅਗਰ ਤੁਸੀਂ ਕਾਰਡ ਦੇ ਥਰੂ ਪੇਮੈਂਟ ਕਰੀ ਦੈਨ ਤੁਹਾਨੂੰ ਪੂਰੀ ਦੀ ਪੂਰੀ ਅਮਾਊਂਟ 10,000 ਰੁਪੀਜ਼ ਜੋ ਹੈ ਉਹ ਦੇਣੇ ਪੈਣਗੇ, ਠੀਕ ਹੈ। ਐਦਾਂ ਕਿਉਂ ਹੁੰਦਾ ਹੈ, ਦੇਖੋ ਬਿਕੋਜ਼ ਜੋ ਮਰਚੈਂਟ ਹੈ ਨਾ ਉਹਨਾਂ ਨੂੰ ਨਾ ਐਕਸਟਰਾ ਕਾਸਟ ਬੀਅਰ ਕਰਨੀ ਪੈਂਦੀ ਹੈ, ਐਕਸਟਰਾ
ਪੈਸੇ ਉਹਨਾਂ ਨੂੰ ਦੇਣੇ ਪੈਂਦੇ ਆ ਆਪਣੇ ਵੱਲੋਂ ਅਗਰ ਤੁਸੀਂ ਕਾਰਡ ਦੇ ਥਰੂ ਪੇਮੈਂਟ ਕਰ ਰਹੇ ਹੋ। ਇਸੇ ਨੂੰ ਬੋਲਦੇ ਆ MDR, ਠੀਕ ਹੈ। ਤਾਂ ਕਨਫਿਊਜ਼ ਨਾ ਹੋ ਜਾਓ ਕਿ ਮਰਚੈਂਟ ਨੂੰ ਡਿਸਕਾਊਂਟ ਮਿਲ ਰਿਹਾ, ਠੀਕ ਹੈ। ਇਸ 'ਚ ਕੀ ਹੁੰਦਾ, ਮਰਚੈਂਟ ਬੀਅਰ ਦਾ ਕਾਸਟ। ਮੈਂ ਇੱਥੇ ਲਿਖ ਦਿੰਦੀ ਹਾਂ, ਤੁਸੀਂ ਲਿਖ ਲਿਓ, ਮਰਚੈਂਟ ਬੀਅਰ ਦਾ ਕਾਸਟ, ਬੀਅਰ ਦਾ ਕਾਸਟ, ਠੀਕ ਹੈ। ਹੁਣ ਉਹੀ ਜੋ ਐਕਸਟਰਾ ਮਨੀ ਹੁੰਦੀ ਹੈ ਨਾ, ਉਸੇ ਨੂੰ ਕੀ ਬੋਲਦੇ ਆ, ਦੈਟ ਐਕਸਟਰਾ ਕਾਸਟ ਇਜ਼ MDR। ਹੁਣ ਕੀ ਸੀਗਾ ਕਿ ਜਿਹੜੇ ਮਰਚੈਂਟ ਸੀਗੇ ਉਹ ਇਹ ਚੀਜ਼ ਨੂੰ ਲੈ ਕੇ ਖੁਸ਼ ਨਹੀਂ ਸੀਗੇ, ਬਟ ਉਹਨਾਂ ਨੂੰ ਇਹ ਐਕਸੈਪਟ ਕਰਨਾ ਪੈਂਦਾ ਸੀ, ਠੀਕ ਹੈ। ਬਿਕੋਜ਼ ਤੁਸੀਂ ਵੇਖਿਆ ਹੋਊਗਾ ਕਿ ਬਹੁਤ ਸਾਰੇ ਐਸੇ ਕਸਟਮਰ ਹੁੰਦੇ ਆ ਜੋ ਕਾਫੀ ਰਿਚ ਹੁੰਦੇ ਆ, ਸੋ ਆਪਣੇ ਨਾਲ ਉਹ ਕੈਸ਼ ਕੈਰੀ ਨਹੀਂ ਕਰਦੇ, ਉਹ ਕਾਰਡ ਹੀ ਕੈਰੀ ਕਰਦੇ ਨੇ, ਠੀਕ ਹੈ। ਤੇ ਆਫਟਰ ਡੀਮੋਨੀਟਾਈਜੇਸ਼ਨ ਕੀ ਹੋਇਆ ਕਿ ਇੰਡੀਆ ਨੂੰ ਡਿਜੀਟਲ ਬਣਾਉਣ ਲਈ ਗਵਰਨਮੈਂਟ ਨੇ ਕੀ ਕੀਤਾ ਸੀ, ਕੁਛ ਰਿਲੀਫ ਦੇਤਾ ਸੀ ਮਰਚੈਂਟ ਨੂੰ, ਇਹ ਕਹਿ ਕੇ ਕਿ ਹੁਣ ਤੋਂ ਉਹ MDR ਚਾਰਜ ਨਹੀਂ ਕਰਨਗੇ, ਠੀਕ ਹੈ। ਔਰ ਉਸ ਟਾਈਮ ਕੰਟਰੀ ਕੋਲ ਜੋ ਸੀ ਕੈਸ਼ ਵੀ ਨਹੀਂ ਸੀਗਾ, ਤੁਹਾਨੂੰ ਪਤਾ ਹੀ ਸੀਗਾ, ਠੀਕ ਹੈ। ਤਾਂ ਹੁਣ ਕੀ ਹੁੰਦਾ ਹੈ, ਜਦੋਂ ਤੁਸੀਂ ਕਾਰਡ ਯੂਜ਼ ਕਰਦੇ ਹੋ, MDR ਜਿਹੜਾ ਹੈਗਾ ਹੈਜ਼ ਟੂ ਬੀ ਗਿਵਨ ਬਟ ਇਨ UPI ਇਟ ਇਜ਼ ਨੋਟ ਗਿਵਨ। ਹੁਣ ਕੀ ਹੁੰਦਾ ਹੈ, ਜਦੋਂ ਤੁਸੀਂ ਕਾਰਡ ਯੂਜ਼ ਕਰਦੇ ਹੋ ਤਾਂ ਉਸ ਟਾਈਮ ਤੁਹਾਨੂੰ ਕੀ ਹੈ, MDR ਦੇਣਾ ਪੈਂਦਾ ਹੈ, ਬਟ UPI ਦੇ ਵਿੱਚ ਇਟ ਇਜ਼ ਨੋਟ ਗਿਵਨ। ਸੋ ਇਸ ਚੀਜ਼ ਕਰਕੇ ਜੋ ਬੈਂਕ ਸੀਗੇ ਉਹਨਾਂ ਨੂੰ ਵੀ ਕੀ ਸੀ, ਲੋਸ ਫੇਸ ਕਰਨਾ ਪੈ ਰਿਹਾ ਸੀ। ਬਿਕੋਜ਼ ਬੈਂਕ ਇਹ ਬੋਲ ਰਹੇ ਸੀ ਕਿ ਬਿਕੋਜ਼ ਬੈਂਕਸ ਵਰ ਸੇਇੰਗ ਟੂ ਕ੍ਰੀਏਟ ਡਿਜੀਟਲ ਇਨਫਰਾਸਟ੍ਰਕਚਰ ਐਂਡ ਦੇ ਹੈਵ ਟੂ ਸਪੈਂਡ ਲੋਟ ਆਫ ਮਨੀ। ਹੁਣ ਬੈਂਕ ਨੂੰ ਇਹ ਸੀ ਕਿ ਅਸੀਂ ਅਗਰ ਡਿਜੀਟਲ ਇਨਫਰਾਸਟ੍ਰਕਚਰ ਕ੍ਰੀਏਟ ਕਰਨਾ ਹੈ ਤਾਂ ਸਾਨੂੰ ਬਹੁਤ ਸਾਰੇ ਪੈਸਾ ਜੋ ਹੈ ਖਰਚ ਕਰਨਾ ਪਊਗਾ, ਐਂਡ ਦੈਟ ਮਨੀ ਵਾਸ ਕਮਿੰਗ ਥਰੂ MDR। ਔਰ ਉਹ ਮਨੀ ਕਿੱਥੋਂ ਆਊਗੀ, MDR ਦੇ ਥਰੂ ਆਊਗੀ। ਸੋ ਗਵਰਨਮੈਂਟ ਨੇ ਕੀ ਕਰਤਾ, MDR ਲੈਣਾ ਰੋਕ ਦਿੱਤਾ, ਠੀਕ ਹੈ। ਸੋ ਫਿਰ ਅਗਸਤ 2020 ਚ ਕੀ ਹੋਇਆ ਕਿ ਪ੍ਰਾਈਵੇਟ ਜੋ ਬੈਂਕ ਸੀਗੇ ਉਹ ਬੋਲ ਰਹੇ ਸੀਗੇ ਦੈਟ ਦੇ ਵਿਲ ਚਾਰਜ ਫੀ ਔਨ ਮੋਰ ਦੈਨ 20 P2P UPI, ਕਿ ਅਗਰ 20 ਤੋਂ ਉੱਪਰ ਅਗਰ UPI ਦੇ ਥਰੂ ਪੇਮੈਂਟ ਹੁੰਦੀ ਹੈ ਤਾਂ 1 ਮੰਥ ਦੇ ਅੰਦਰ ਅੰਦਰ ਤਾਂ ਅਸੀਂ ਫੀਸ ਜੋ ਹੈ ਉਹ ਕਿਆ ਹੈ ਚਾਰਜ ਕਰਾਂਗੇ। ਬਟ ਸਤੰਬਰ 2020 ਚ ਜੋ ਬੈਂਕ ਹੈ ਫਿਰ ਉਸਨੇ ਕਿਹਾ ਕਿ ਨਹੀਂ, ਚਾਰਜ ਵਗੈਰਾ ਤੁਸੀਂ ਕੀ ਕਰਨਾ ਹੈ ਕਿ ਅਗਰ UPI ਦੇ ਥਰੂ ਕੋਈ ਪੇਮੈਂਟ ਵਗੈਰਾ ਹੁੰਦੀ ਹੈ ਤਾਂ ਤੁਸੀਂ ਚਾਰਜ ਜਿਹੜਾ ਵੀ ਹੈਗਾ ਕਿ ਉਹ ਰਿਫੰਡ ਕਰ ਦਿਓ। ਤੋ ਰੁਪਏ ਜਿਹੜੀ ਟ੍ਰਾਂਜੈਕਸ਼ਨ ਸੀਗੀ ਆਫਟਰ ਜਨਵਰੀ 1 ਉਹਨਾਂ ਨੇ ਕੀ ਕਰਿਆ ਕਿ ਉਹ ਬੰਦ ਕਰਤੀਆਂ, ਠੀਕ ਹੈ। ਹੁਣ ਦੇਖੋ ਇਹ ਜਿਹੜਾ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਇਹ ਲਾਈਕ ਇਹ ਇੱਕ ਮੈਂ ਤੁਹਾਨੂੰ ਦੱਸਿਆ ਕਿ ਪਾਸਟ 'ਚ ਕੀ ਹੋਇਆ ਸੀ, ਕਿਵੇਂ ਕਦੇ MDR ਲੈ ਰਹੇ ਸੀ, ਕਦੇ ਬੰਦ ਕਰਤਾ। ਅਗਰ ਤੁਹਾਨੂੰ ਨਹੀਂ ਵੀ ਪਤਾ ਲੱਗਿਆ ਡੋਂਟ ਵਰੀ, ਤੁਸੀਂ ਇਹ ਚੀਜ਼ ਨੂੰ ਸਕਿਪ ਕਰ ਸਕਦੇ ਹੋ ਬਿਕੋਜ਼ ਇਹ ਨਾ ਕਾਫੀ ਪੁਰਾਣੀ ਨਿਊਜ਼ ਹੈ, ਬਟ ਮੈਂ ਫਿਰ ਵੀ ਇਸੇ ਲਈ ਕਵਰ ਕਰ ਰਹੀ ਹਾਂ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ। ਤੁਸੀਂ ਸਿਰਫ ਮਰਚੈਂਟ ਡਿਸਕਾਊਂਟ ਰੇਟ ਨੂੰ ਸਮਝੋ ਕੀ ਹੁੰਦਾ ਹੈ। ਮੈਂ ਦੱਸਦਾ ਤੁਹਾਨੂੰ। ਹੁਣ ਦੇਖੋ ਜਿਹੜਾ MDR ਦਾ ਇਸ਼ੂ ਹੈ ਨਾ, ਐਕਚੁਅਲੀ ਇਹ ਨਾ ਹਮੇਸ਼ਾ ਤੋਂ ਡਿਬੇਟ ਇਸ਼ੂ ਰਿਹਾ ਹੈ। ਅਗਰ MDR ਚਾਰਜ ਕਰਿਆ ਜਾਊਗਾ ਤਾਂ ਲੋਕ ਕਹਿੰਦੇ ਨੇ ਕਿ ਕੈਸ਼ ਲੈ ਲਓ, ਠੀਕ ਹੈ, ਬਟ ਸਾਨੂੰ ਕਾਸਟਲੀ ਫੋਨ ਨਾ ਦਿਓ। ਅਗਰ ਨਹੀਂ ਚਾਰਜ ਕਰੋਗੇ ਤਾਂ ਦਿੱਕਤ ਹੁੰਦੀ ਹੈ ਪ੍ਰਾਈਵੇਟ ਆਪਰੇਟਰਸ ਨੂੰ, ਇਹਨਾਂ ਦੀ ਪ੍ਰੋਫਿਟੇਬਿਲਿਟੀ ਘੱਟ ਹੁੰਦੀ ਹੈ। ਅਗਰ ਪ੍ਰੋਫਿਟ ਨਹੀਂ ਹੁੰਦਾ ਤਾਂ ਉਹ ਫਿਰ ਡਿਜੀਟਲ ਇਨਫਰਾਸਟ੍ਰਕਚਰ 'ਚ ਕੀ ਹੈ ਇਨਵੈਸਟ ਨਹੀਂ ਕਰੋਗੇ, ਓਬਵੀਅਸ ਹੀ ਹੈ। ਅਗਰ ਉਹ ਇਨਵੈਸਟ ਨਹੀਂ ਕਰੋਗੇ ਤਾਂ ਲੌਂਗ ਰਨ ਦੇ ਵਿੱਚ ਕੀ ਹੋਇਆ, ਗਵਰਨਮੈਂਟ ਨੂੰ ਹੀ ਲਾਸ ਹੁੰਦਾ ਹੈ, ਠੀਕ ਹੈ। ਸੋ ਇਹ ਜਿਹੜੀ ਡਿਬੇਟ ਹੈ ਹੁਣ ਵੀ ਚੱਲ ਰਹੀ ਹੈ ਕਿ MDR ਚਾਰਜ ਕਰਿਆ ਜਾਵੇ ਨਾ ਕਰਿਆ ਜਾਵੇ। ਤਾਂ ਤੁਸੀਂ ਆਪਣੇ ਅਕੋਰਡਿੰਗਲੀ ਜਦੋਂ ਵੀ ਇਹ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਇੱਕ ਵਾਰ ਚੈੱਕ ਕਰ ਲਿਓ ਕਿ ਹੁਣ ਦਾ ਸਿਨੈਰੀਓ ਕੀ ਹੈ, ਠੀਕ ਹੈ। ਤੇ ਹੁਣ ਇਹਦੇ 'ਚ ਕੀ ਹੋਊਗਾ, ਦੇਖੋ ਇਸ 'ਚ ਕੀ ਹੁੰਦਾ ਸੀ ਕਿ ਕਸਟਮਰ ਮੰਨ ਲਓ ਕੋਈ ਗੁੱਡ ਪਰਚੇਜ਼ ਕਰ ਰਿਹਾ, ਠੀਕ ਹੈ, ਇੱਕ ਸੈਕਿੰਡ, ਕਸਟਮਰ ਪਰਚੇਜ਼ ਕਰ ਰਿਹਾ ਕੋਈ ਗੁੱਡ। ਹੁਣ ਕਸਟਮਰ ਨੂੰ ਪੇ ਕਰਨਾ ਪਊਗਾ ਫॉर द ਗਰੋਸਰੀ, ਉਹ ਡੈਬਿਟ ਜਾਂ ਕ੍ਰੈਡਿਟ ਕਾਰਡ ਯੂਜ਼ ਕਰੂਗਾ। ਹੁਣ ਮਰਚੈਂਟ ਕੀ ਯੂਜ਼ ਕਰੂਗਾ, POS ਡਿਵਾਈਸ ਇਹ ਹੁੰਦਾ ਹੈ, ਠੀਕ ਹੈ, ਪੇਮੈਂਟ ਕਰਵਾਉਣ ਲਈ। ਹੁਣ ਬੈਂਕ ਜੋ ਹੈ ਉਹ ਕਿਆ ਕਰਦੇ ਆ, MDS ਚਾਰਜ ਕਰਦੇ ਆ। ਦੇਖੋ ਕਿਵੇਂ ਹੁੰਦਾ ਹੈ, ਆਹ ਦੇਖੋ, ਆਹ ਤੁਹਾਨੂੰ ਇੱਥੇ ਬੈਟਰ ਪਤਾ ਲੱਗੂਗਾ। ਮਤਲਬ ਹੁੰਦਾ ਕੀ ਸੀ, ਨੁਕਸਾਨ ਕਿਵੇਂ ਹੁੰਦਾ ਸੀ ਤੁਹਾਡੇ, ਮੈਂ ਬੋਲ ਰਹੀ ਸੀ ਨਾ ਮਰਚੈਂਟ ਨੂੰ ਨੁਕਸਾਨ ਹੁੰਦਾ ਸੀ। ਹੁਣ ਮੰਨ ਲਓ ਤੁਸੀਂ ਪੈਟਰੋਲ ਪੰਪ ਤੇ ਗਏ ਹੋ, ਪੈਟਰੋਲ ਪੰਪ ਤੇ ਤੁਸੀਂ ਕੀ ਕੀਤਾ, 100 ਰੁਪਏ ਦਾ ਪੈਟਰੋਲ ਪਾਇਆ। ਹੁਣ ਤੁਸੀਂ ਉਹ ਜਿਹੜੇ 100 ਦੇ 100 ਹੈ ਉਹ ਅਗਰ ਤੁਸੀਂ ਕਾਰਡ ਦੇ ਥਰੂ ਪੇਮੈਂਟ ਕਰ ਰਹੇ ਹੋ, ਉਹ 100 ਦੇ 100 ਉਹਦੇ ਕੋਲ ਥੋੜੀ ਜਾਣਗੇ, ਤੁਹਾਡੇ ਪੈਟਰੋਲ ਪੰਪ ਵਾਲੇ ਕੋਲ। ਉਹਦੇ ਵਿੱਚੋਂ ਜੋ 1 ਰੁਪਇਆ ਹੈ ਨਾ ਉਹ ਰੱਖ ਲਿੱਤਾ ਜਾਂਦਾ ਹੈ ਸਾਈਡ ਦੇ ਵਿੱਚ। ਬਾਕੀ ਬੈਂਕ ਜੋ ਪੈਟਰੋਲ ਹੈ, ਪੈਟਰੋਲ ਪੰਪ ਵਾਲੇ ਉਹਨਾਂ ਨੂੰ 99 ਰੁਪੀਜ਼ ਹੀ ਮਿਲਦੇ ਹੈ, ਠੀਕ ਹੈ। ਤੇ ਉਹ ਹੁਣ ਇੱਥੇ ਕੀ ਹੁੰਦਾ ਹੈ ਕਿ ਜਿਹੜਾ ਬੈਂਕ ਹੈ ਉਹ MDR ਕੱਟ ਕਰ ਲੈਂਦਾ ਹੈ, ਠੀਕ ਹੈ, ₹1 ਦਾ ਹਰ ਕੇਸ ਦੇ ਵਿੱਚ। ਹੁਣ ਦੇਖੋ
डेली ਪੈਟਰੋਲ ਪੰਪ ਤੇ ਕਿੰਨੀ ਗੱਡੀਆਂ ਆਉਂਦੀਆਂ ਨੇ ਪੈਟਰੋਲ ਪਵਾਉਣ ਦੇ, ਹਰ ਕੋਈ ਕਾਰਡ ਦੇ ਥਰੂ ਹੀ ਪੇਮੈਂਟ ਕਰੂਗਾ ਤਾਂ ਫਿਰ ਕੀ ਹੋਊਗਾ, 1 ਰੁਪਏ ਕੱਟਿਆ ਜਾਊਗਾ ਔਰ ਪੰਪ ਨੂੰ ਕਿੰਨੇ ਮਿਲਣਗੇ 99 ਰੁਪੀਜ਼। ਹੁਣ ਉਹ 1 ਰੁਪਇਆ ਜਿਹੜਾ ਹੈਗਾ ਉਹ ਕਿਹਦੇ ਵਿੱਚ ਸ਼ੇਅਰ ਹੁੰਦਾ ਹੈ? ਸਭ ਤੋਂ ਪਹਿਲਾਂ ਕਾਰਡ ਇਸ਼ੂਇੰਗ ਬੈਂਕ, ਉਹ ਜਿਹੜਾ ਕਾਰਡ ਇਸ਼ੂ ਕਰਿਆ, ਠੀਕ ਹੈ, ਕਿਸ ਬੈਂਕ ਨੇ ਕਰਿਆ ਉਸ ਨੂੰ ਮਿਲਣਗੇ, ਮਤਲਬ ਇਸ 1 ਰੁਪਏ ਨੂੰ ਵੰਡ ਦਿੱਤਾ ਜਾਂਦਾ ਪੁਆਇੰਟ ਪੈਸੇ ਦੇ ਵਿੱਚ, ਠੀਕ ਹੈ। ਦੂਜਾ ਕਾਰਡ ਦੇ ਉੱਪਰ ਲਿਖਿਆ ਨਹੀਂ ਹੁੰਦਾ ਪੇਮੈਂਟ ਜੋ ਨੈਟਵਰਕ ਹੁੰਦੇ ਮਾਸਟਰ ਕਾਰਡ, ਵੀਜ਼ਾ, ਰੁਪਏ, ਉਹਨਾਂ ਨੂੰ ਵੀ ਫਿਰ ਜਾਂਦਾ ਹੈ ਕੁਝ ਪੈਸਾ। ਬਾਕੀ ਜੋ ਪੀਓਐਸ ਮਸ਼ੀਨ ਜਿਸ ਬੈਂਕ ਨੇ ਪ੍ਰੋਵਾਈਡ ਕਰੀ ਹੈ ਫਿਰ ਉਸ ਨੂੰ ਵੀ ਉਸ ਦੇ ਵਿੱਚੋਂ ਮਤਲਬ ਕੁਝ ਅਮਾਊਂਟ ਜਾਂਦੀ ਹੈ, ਠੀਕ ਹੈ। ਤਾਂ ਇਹ ਚੀਜ਼ ਜਿਹੜੀ ਸੀਗੀ ਹੋ ਰਹੀ ਸੀਗੀ ਤੇ ਉਸ ਨੂੰ ਉਸ ਕਰਕੇ ਕੀ ਹੋ ਰਿਹਾ ਸੀ, ਮਰਚੈਂਟ ਜਿਹੜਾ ਸੀਗਾ ਉਸ ਨੂੰ ਕੀ ਹੋ ਰਿਹਾ ਸੀਗਾ, ਨੁਕਸਾਨ ਹੋ ਰਿਹਾ ਸੀਗਾ, ਠੀਕ ਹੈ। ਸੋ ਹੁਣ ਅਸੀਂ ਚੱਲਦੇ ਹਾਂ ਅੱਗੇ। ਹੁਣ ਅਸੀਂ ਗੱਲ ਕਰਦੇ ਹਾਂ ਈ ਰੁਪੀ ਦੇ ਬਾਰੇ 'ਚ। ਹੁਣ ਈ ਰੁਪੀ ਕੀ ਹੁੰਦਾ ਹੈ? ਈ ਰੁਪੀ ਦੇਖੋ ਇੱਕ ਕੰਟੈਕਟਲੈਸ ਕੈਸ਼ਲੈਸ ਵਾਊਚਰ ਹੈ ਕਿ ਤੁਹਾਨੂੰ ਵਾਊਚਰ ਦਿੱਤਾ ਜਾਂਦਾ ਜੋ ਕਿ ਯੂਜ਼ਰ ਨੂੰ ਮਿਲਦਾ ਹੈ ਉਸਦੇ ਫੋਨ ਤੇ ਇਨ ਦਾ ਫਾਰਮ ਆਫ SMS ਜਾਂ QR SMS ਔਰ QR ਕੋਡ। ਇਟ ਇਜ਼ ਪਰਸਨ ਐਂਡ ਪਰਪਸ ਸਪੈਸੀਫਿਕ। ਪਹਿਲਾਂ ਅਸੀਂ ਇਹ ਪੜ੍ਹ ਲੈਂਦੇ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਈਜ਼ੀ ਲੈਂਗੁਏਜ ਦੇ ਵਿੱਚ। ਜੋ ਪਰਸਨ ਹੈ ਇਹ ਜਾ ਸਕਦਾ ਹੈ ਕਿਤੇ ਵੀ ਇਸ ਵਾਊਚਰ ਨੂੰ ਰਿਡੀਮ ਕਰ ਸਕਦਾ ਹੈ ਜਿਸ ਸੈਂਟਰ ਤੇ ਇਹ ਐਕਸੈਪਟ ਕਰਿਆ ਜਾ ਰਿਹਾ। ਇਹ ਜਿਹੜਾ ਸਿਸਟਮ ਹੈ ਪ੍ਰੀਪੇਡ ਹੁੰਦਾ ਹੈ ਨੇਚਰ, ਮਤਲਬ ਨਾਲ ਦੀ ਨਾਲ ਜੋ ਹੈ ਪੇਮੈਂਟ ਹੋ ਜਾਊਗੀ, ਠੀਕ ਹੈ, ਟਾਈਮਲੀ ਪੇਮੈਂਟ ਹੋ ਜਾਊਗੀ। ਇਹਦੇ ਵਿੱਚ ਕੋਈ ਇੰਟਰਮੀਡੀਏਟਰੀ ਇਨਵੋਲਵ ਨਹੀਂ ਹੁੰਦਾ, ਠੀਕ ਹੈ। ਜੋ ਕੈਪ ਹੁੰਦੀ ਹੈ ਔਨ ਦੀ ਅਮਾਊਂਟ ਫॉर ਈ ਰੁਪੀ ਵਾਊਚਰ ਗਵਰਨਮੈਂਟ ਨੇ ਸੈੱਟ ਕਰ ਰੱਖੀ ਹੈ ₹1 ਲੱਖ ਪਰ ਵਾਊਚਰ। ਸੈਂਟਰਲ ਬੈਂਕ ਨੇ ਅਲਾਉ ਕੀਤਾ ਹੈ ਈ ਰੁਪੀ ਵਾਊਚਰ ਦਾ ਯੂਜ਼ ਮਲਟੀਪਲ ਟਾਈਮ ਅੰਟਿਲ ਦਾ ਅਮਾਊਂਟ ਆਫ ਦਾ ਵਾਊਚਰ ਇਜ਼ ਕੰਪਲੀਟਲੀ ਰਿਡੀਮਡ। ਜਦੋਂ ਤੱਕ ਵਾਊਚਰ ਦੀ ਜੋ ਉਹਦੇ ਵਿੱਚ ਜੋ ਅਮਾਊਂਟ ਹੈ ਕੰਪਲੀਟਲੀ ਤੁਸੀਂ ਯੂਜ਼ ਨਹੀਂ ਕਰ ਸਕਦੇ, ਯੂਜ਼ ਨਹੀਂ ਕੀਤੀ ਤਾਂ ਤੁਸੀਂ ਉਸਨੂੰ ਵਾਰ-ਵਾਰ ਮਲਟੀਪਲ ਟਾਈਮ ਯੂਜ਼ ਕਰ ਸਕਦੇ ਹੋ, ਠੀਕ ਹੈ। ਇਹ ਈਜ਼ੀ ਪ੍ਰੋਸੈਸ ਹੈ ਵਨ ਔਨ ਦਾ ਬੇਸਿਕ ਫੋਨਸ ਕੈਨ ਇਸ ਨੂੰ ਯੂਜ਼ ਕੀਤਾ ਜਾ ਸਕਦਾ ਹੈ ਔਰ ਇਸ ਨਾਲ ਕੀ ਹੋਊਗਾ ਡਿਜੀਟਲ ਪੇਮੈਂਟ ਕੰਟਰੀਜ਼ ਦੇ ਵਿੱਚ ਬਹੁਤ ਚੰਗੀ ਤਰੀਕੇ ਨਾਲ ਪੈਨੀਟ੍ਰੇਟ ਹੋਣਗੀਆਂ, ਠੀਕ ਹੈ। ਹੁਣ ਅਸੀਂ ਗੱਲ ਕਰਦੇ ਹਾਂ ਹੁੰਦਾ ਕੀ ਹੈ। ਦੇਖੋ ਈ ਰੁਪਏ ਜਿਹੜਾ ਹੈਗਾ ਗਵਰਨਮੈਂਟ ਦੇਖੋ ਹੁਣ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੀ ਫੈਸਿਲਿਟੀਜ਼ ਪ੍ਰੋਵਾਈਡ ਕਰਵਾਉਣਾ ਚਾਹੁੰਦੀ ਹੈ ਲੋਕਾਂ ਨੂੰ, ਬਟ ਕਈ ਵਾਰ ਕੀ ਹੈ ਇਨ ਬਿਟਵੀਨ ਕੁਝ ਲੀਕੇजेस ਆ ਜਾਂਦੀਆਂ ਨੇ। ਇਸੇ ਲੀਕੇजेस ਨੂੰ ਕਵਰ ਅਪ ਕਰਨ ਲਈ ਈ ਰੁਪੀ ਲਾਂਚ ਕੀਤਾ ਗਿਆ ਸੀ। ਈ ਰੁਪੀ ਜਿਹੜਾ ਹੈਗਾ ਇਹ ਇੱਕ ਈ ਵਾਊਚਰ ਹੁੰਦਾ ਹੈ ਜੋ ਕਿ 2 ਅਗਸਤ ਨੂੰ ਸਟਾਰਟ ਕੀਤਾ ਗਿਆ ਸੀ 2021 ਚ। ਇਹ ਵੀ ਇਨੀਸ਼ੀਏਟਿਵ ਸੀਗਾ NPCI ਨੇ ਲਿਆ ਸੀ, ਠੀਕ ਹੈ। NPCI plus Department of Financial Services, National Health Authority, Ministry of Health and Family Welfare ਸਾਰਿਆਂ ਨੇ ਮਿਲ ਕੇ ਡਿਵੈਲਪ ਕਰਿਆ ਸੀ, ਠੀਕ ਹੈ। ਸੋ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਨਾ ਤੁਹਾਨੂੰ ਮਤਲਬ ਪਹਿਲਾਂ ਕੀ ਹੁੰਦਾ ਸੀ ਲਾਈਕ ਅਗਰ ਮੰਨ ਲਓ ਕਿ ਗਵਰਨਮੈਂਟ ਨੇ ਕਿਸੇ ਕਿਸਾਨ ਨੂੰ ਪੈਸੇ ਦੇਣੇ ਹੈ ਜਾਂ ਕਿਸੇ ਨੂੰ ਵੀ ਮੰਨ ਲਓ ਪੈਸੇ ਸੈਂਡ ਕਰਨੇ ਆ ਕਿ ਤੁਹਾਡੇ ਖਾਤੇ 'ਚ ਹਰ ਮਹੀਨੇ 2000 ਜਾਂ ਫਲਾਣਾ ਅਮਾਊਂਟ ਪੈ ਜਾਊਗੀ। ਹੁਣ ਕੀ ਹੁੰਦਾ ਸੀ ਉਹ ਨਾ ਗਵਰਨਮੈਂਟ ਵੱਲੋਂ ਕਿਸੇ ਸਪੈਸੀਫਿਕ ਪਰਪਸ ਲਈ ਦਿੱਤੀ ਜਾਂਦੀ ਸੀ ਅਮਾਊਂਟ, ਬਟ ਹੁਣ ਲੋਕ ATM 'ਚੋਂ ਪੈਸੇ ਕਢਾ ਕੇ ਕੀ ਕਰਨ ਉਸ ਪੈਸੇ ਦਾ ਕਿ ਹੁਣ ਮੰਨ ਲਓ ਕਿ ਕਿਸਾਨ ਨੂੰ ਲਗਾ ਲਓ ਕਿ ਕਿਸੇ ਕਿਸਾਨ ਨੂੰ ਪੈਸੇ ਦਿੱਤੇ ਗਏ ਹੈ ਕਿ ਉਹ ਆਪਣੇ ਫਰਟੀਲਾਈਜ਼ਰ ਵਗੈਰਾ ਜਾਂ ਕੋਈ ਚੀਜ਼ ਖਰੀਦ ਲਵੇ, ਠੀਕ ਹੈ। ਬਟ ਅਗਰ ਉਹਨੇ ਉਹ ਪੈਸੇ ਕਿਸੇ ਹੋਰ ਚੀਜ਼ 'ਚ ਖਰੀਦਣ 'ਚ ਲਗਾਤੇ, ਮੰਨ ਲਓ ਸ਼ਰਾਬ 'ਚ ਲਗਾਤੇ ਜਾਂ ਕਿਸੇ ਵੀ ਹੋਰ ਚੀਜ਼ 'ਚ, ਠੀਕ ਹੈ, ਤਾਂ ਇਸ ਨਾਲ ਕੀ ਹੋਇਆ, ਕੋਈ ਫਾਇਦਾ ਤਾਂ ਹੋਇਆ ਨਹੀਂ ਪੈਸੇ ਦੇਣ ਦਾ, ਠੀਕ ਹੈ। ਤੇ ਕਈ ਵਾਰ ਤੁਸੀਂ ਵੇਖਿਆ ਹੋਊਗਾ ਕਿ ਗਵਰਨਮੈਂਟ ਜਿਹੜੀ ਹੈਗੀ ਹੈ ਜਾਂ ਆਪਣੇ ਵੱਲੋਂ 1 ਰੁਪਇਆ ਅਗਰ ਕਿਸੇ ਨੂੰ ਦੇ ਰਹੀ ਹੈ ਤਾਂ ਉਸ ਬੰਦੇ ਕੋਲ ਪਹੁੰਚਦੇ ਸਿਰਫ 25 ਪੈਸੇ ਹੀ ਪਹੁੰਚਦੇ ਆ, ਵਿੱਚ ਦੇ ਪੈਸੇ ਕਿਸ ਨੇ ਖਾਏ ਕਿਵੇਂ ਖਾਏ ਇਹ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ, ਠੀਕ ਹੈ। ਸੋ ਇਸ ਲਈ ਨਾ ਇਹ ਈ ਰੁਪੀ ਵਾਊਚਰ ਲਾਂਚ ਕੀਤਾ ਗਿਆ ਸੀ। ਇਸ 'ਚ ਕੀ ਹੈ ਗਵਰਨਮੈਂਟ ਇੱਕ ਵਾਊਚਰ ਦੇ ਦਿੰਦੀ ਹੈ, ਠੀਕ ਹੈ। ਹੁਣ ਦੇਖੋ ਇੱਥੇ ਲਿਖਿਆ ਹੋਇਆ ਪਰਸਨ ਔਰ ਪਰਪਸ ਸਪੈਸੀਫਿਕ ਹੁੰਦਾ, ਉਹ ਇੱਕ ਸਪੈਸੀਫਿਕ ਕਿਸੇ ਪਰਸਨ ਲਈ ਹੁੰਦਾ, ਉਹਦੇ ਉੱਪਰ ਉਸ ਪਰਸਨ ਦਾ ਨਾਮ ਦਿੱਤਾ ਹੋਇਆ ਹੁੰਦਾ ਹੈ, ਮੈਂਸ਼ਨ ਕੀਤਾ ਹੁੰਦਾ ਹੈ, ਠੀਕ ਹੈ। ਔਰ ਪਰਪਸ ਸਪੈਸੀਫਿਕ ਹੁੰਦਾ, ਮੰਨ ਲਓ ਕਿ ਕੋਈ ਗਵਰਨਮੈਂਟ ਹਸਪੀਟਲ 'ਚੋਂ ਬੰਦਾ ਜਾ ਕੇ ਇੱਕ ਉਹਨੂੰ ਉਸ ਵਾਊਚਰ 'ਚ ਲਿਖ ਦਿੱਤਾ ਜਾਊਗਾ ਕਿ ਇਸ ਵਾਊਚਰ ਦੀ ਦੇ ਵਿੱਚ ਜੋ ਅਮਾਊਂਟ ਮਤਲਬ ਅਮਾਊਂਟ ਆਫ ਮਨੀ ਹੈ ਉਹ ਹੈਗੀ ਹੈ 25,000, ਠੀਕ ਹੈ। ਤੇ ਉਹਨੂੰ ਕੀ ਕਰੂਗਾ ਹੁਣ ਉਹ ਔਰ ਜਿਹੜਾ ਵਾਊਚਰ ਹੈ ਉਹ ਐਦਾਂ ਹੈ ਕਿ ਮੰਨ ਲਓ ਹਸਪੀਟਲ ਸਪੈਸੀਫਿਕ ਹੀ ਹੈ ਗਵਰਨਮੈਂਟ ਹਸਪੀਟਲ ਕਿ ਉਸਦਾ ਜੋ ਯੂਜ਼ ਹੈ ਗਵਰਨਮੈਂਟ ਹਸਪੀਟਲ 'ਚ ਹੀ ਜਾ ਕੇ ਹੋ ਸਕਦਾ, ਕਿਤੇ ਹੋਰ ਨਹੀਂ ਤੁਸੀਂ ਯੂਜ਼ ਕਰ ਸਕਦੇ। ਕਿਤੇ ਤੁਸੀਂ ਜਾ ਕੇ ਮਤਲਬ ਮੰਨ ਲਓ ਕਿ ਕੋਈ ਬੰਦਾ ਸਾਹਮਣੇ ਵਾਲਾ ਠੇਕੇ ਤੇ ਚਲਾ ਗਿਆ, ਉਹਨੇ ਕੀ ਕਿਹਾ ਕਿ ਆਹ ਵਾਊਚਰ ਰਿਡੀਮ ਕਰ ਲਓ ਤੇ ਮੈਨੂੰ ਨਾ 25,000 ਰੁਪਏ ਦੇ ਦਿਓ, ਠੀਕ ਹੈ। ਐਦਾਂ ਨਹੀਂ ਹੋ ਸਕਦਾ ਹੈਗਾ, ਕਿਸੇ ਵੀ ਜਗ੍ਹਾ ਤੇ ਜਾ ਕੇ ਨਹੀਂ ਤੁਸੀਂ ਉਸਨੂੰ ਰਿਡੀਮ ਕਰ, ਜਿੱਥੇ ਲਈ ਬਣਿਆ, ਠੀਕ ਹੈ, ਜਿਸ ਪਰਪਸ ਲਈ ਬਣਿਆ ਉੱਥੇ ਜਾ ਕੇ ਉਹ ਕਿਆ ਹੋਊਗਾ ਰਿਡੀਮ ਹੋਊਗਾ, ਠੀਕ ਹੈ। ਤਾਂ
ਇਸ ਦੇ ਵਿੱਚ ਕੀ ਹੋਊਗਾ ਹੁਣ ਇਸ ਦੇ ਵਿੱਚ ਕੀ ਹੋਊਗਾ ਕਿ ਪਰਸਨ ਜਿਹੜਾ ਹੈ ਹਸਪੀਟਲ 'ਚ ਜਾਊਗਾ, ਹਸਪੀਟਲ 'ਚ ਜਾ ਕੇ ਉਸਨੂੰ ਇਲਾਜ ਵਗੈਰਾ ਕਰਵਾਉਣਾ, ਮੰਨ ਲਓ 10,000 ਰੁਪਏ ਉਹਦਾ ਖਰਚਾ ਆਇਆ, ਠੀਕ ਹੈ, ਤਾਂ ਉਸ ਵਾਊਚਰ ਨੂੰ ਉਹ ਸ਼ੋਅ ਕਰੂਗਾ, ਠੀਕ ਹੈ, ਵਾਊਚਰ ਦੇ ਥਰੂ ਕੀ ਹੈ ਪੇਮੈਂਟ ਵਗੈਰਾ ਨਾਲ ਦੀ ਨਾਲ ਹੋ ਜਾਊਗੀ। ਤਾਂ ਹਜੇ ਅਗਰ ਕੁਝ ਪੈਸੇ ਬਚੇ ਹਨ ਤਾਂ ਉਸਨੂੰ ਵਾਊਚਰ ਨੂੰ ਦੁਬਾਰਾ ਵੀ ਹੀ ਯੂਜ਼ ਕਰ ਸਕਦਾ ਜਦੋਂ ਤੱਕ ਉਹਦੇ 'ਚ ਪੈਸੇ ਪੂਰੀ ਤਰ੍ਹਾਂ ਕੀ ਹੈ ਖਤਮ ਨਹੀਂ ਹੋ ਜਾਂਦੇ। ਹੁਣ ਅਗਰ ਮੰਨ ਲਓ ਤੁਸੀਂ ਕਹੋ ਕਿ ਹਾਂ ਅਗਰ ਕੋਈ ਬੰਦਾ ਹੈ ਮੰਨ ਲਓ ਕਿ ਉਹਨੇ ਕੀ ਕੀਤਾ ਕਿ ਮੰਨ ਲਓ ਉਹਨੂੰ ਵਾਊਚਰ ਮਿਲਿਆ 1000 ਰੁਪੀਜ਼ ਦਾ, ਠੀਕ ਹੈ, ਤੇ ਉਹ ਕਿਸੇ ਠੇਕੇ ਤੇ ਚਲਾ ਗਿਆ, ਉਹਨੇ ਕਹਿਤਾ ਕਿ ਮੈਨੂੰ 1000 ਰੁਪੀਜ਼ ਦੀ ਕੀ ਹੈ ਦਾਰੂ ਦੇ ਦਿਓ, ਠੀਕ ਹੈ, ਤੇ ਐਦਾਂ ਨਹੀਂ ਹੋ ਸਕਦਾ। ਮਤਲਬ ਕਿ ਉਹ ਕਿਸੇ ਜਗ੍ਹਾ ਲਈ ਹੀ ਬਣਿਆ ਹੋਇਆ, ਉੱਥੇ ਹੀ ਉਹ ਯੂਜ਼ ਹੋ ਸਕਦਾ ਕਿਉਂਕਿ ਫਿਰ ਗਵਰਨਮੈਂਟ ਕੋਲ ਸਾਰੀ ਡਿਟੇਲ ਵਗੈਰਾ ਜਾਂਦੀ ਹੈ ਨਾ, ਤਾਂ ਕਰਕੇ। ਤੇ ਬਾਕੀ ਦੇਖੋ ਲੂਪ ਹੋਲਸ ਤਾਂ ਕਹਿੰਦੇ ਅਗਰ ਕਿਸੇ ਨੇ ਮਤਲਬ ਕੋਈ ਵੀ ਸਿਸਟਮ ਤੁਸੀਂ ਕਿੰਨਾ ਵੀ ਪਰਫੈਕਟ ਬਣਾਓ, ਜੋ ਹੈਕਰ ਹੈ ਉਹਨੇ ਹੈਕ ਵੀ ਕਰ ਲੈਣਾ। ਅਗਰ ਕਿਸੇ ਨੇ ਕੋਈ ਲੂਪ ਹੋਲ ਲੱਭਣਾ ਹੈ ਉਹ ਲੂਪ ਹੋਲ ਵੀ ਲੱਭ ਸਕਦਾ, ਠੀਕ ਹੈ। ਸੋ ਫਿਰ ਵੀ ਗਵਰਨਮੈਂਟ ਆਪਣੇ ਵੱਲੋਂ ਚਲੋ ਕੋਸ਼ਿਸ਼ ਕਰਦੀ ਹੈ ਕਿ ਇਹ ਚੀਜ਼ ਜਿਹੜੀ ਹੈਗੀ ਇਹਨੂੰ ਅਵੋਇਡ ਕੀਤਾ ਜਾਵੇ। ਸੋ ਇਸ ਲਈ ਇਹ ਜਿਹੜੇ ਰੁਪੀ ਵਾਊਚਰ ਸੀਗੇ ਲੈ ਕੇ ਆਏ ਸੀ। ਔਰ ਇਸ 'ਚ ਨਾ ਸਭ ਤੋਂ ਵਧੀਆ ਚੀਜ਼ ਇਹ ਹੈ ਕਿ ਜਦੋਂ ਤੁਸੀਂ ਇਹਨੂੰ ਯੂਜ਼ ਕਰਦੇ ਹੋ ਨਾ ਤਾਂ ਉਹਦੇ ਲਈ ਨਾ ਤੁਹਾਨੂੰ ਮਤਲਬ ਲਾਈਕ ਕਿ ਇਹ ਜਿਹੜਾ ਵਾਊਚਰ ਹੈ SMS ਜਾਂ QR ਕੋਡ ਦੀ ਫਾਰਮ 'ਚ ਜਿਹੜਾ ਹੈਗਾ ਉਹ ਮਤਲਬ ਲਾਈਕ ਜਨਰੇਟ ਹੋਊਗਾ। ਤੇ ਇਹ ਜਿਹੜਾ SMS QR ਕੋਡ ਹੈ ਇਹਦੇ ਲਈ ਤਾਂ ਯੂ ਡੋਂਟ ਹੈਵ ਟੂ ਹੈਵ ਦੈਟ ਐਂਡਰੋਇਡ ਫੋਨ, ਯੂ ਕੈਨ ਹੈਵ ਦੈਟ ਬੇਸਿਕ ਫੋਨ ਆਲਸੋ, ਠੀਕ ਹੈ। ਤਾਂ ਕੋਈ ਵੀ ਨੋਰਮਲ ਫੋਨ ਹੋਵੇ ਉਹਦੇ SMS ਜਾਂ QR ਕੋਡ ਵਗੈਰਾ ਆ ਗਿਆ ਤਾਂ ਉਹਦੇ ਥਰੂ ਤੁਸੀਂ ਕਰ ਸਕਦੇ ਹੋ, ਠੀਕ ਹੈ, ਓਕੇ। ਫੋਨ ਤੇ ਆਉਂਦਾ ਮਤਲਬ ਤੁਹਾਨੂੰ ਨਾ ਇਨ ਦਾ ਫਾਰਮ ਆਫ SMS ਹੈ QR ਕੋਡ, ਠੀਕ ਹੈ, ਤੇ ਉੱਥੇ ਇਸ ਨੂੰ ਯੂਜ਼ ਕੀਤਾ ਜਾ ਸਕਦਾ ਹੈ। ਪ੍ਰੀਪੇਡ ਇਨ ਨੇਚਰ ਮਤਲਬ ਨਾਲ ਦੀ ਨਾਲ ਪੇਮੈਂਟ ਹੈ ਹੋਊਗੀ, ਠੀਕ ਹੈ, ਪਹਿਲਾਂ ਹੀ ਉਹਦੇ ਵਿੱਚ ਪੈਸੇ ਪਏ ਹੋਏ ਨੇ। ਤੇ ਬਾਕੀ ਹਾਂਜੀ ਬਸ ਇੰਨਾ ਹੀ ਸੀ ਜੋ ਤੁਸੀਂ ਯਾਦ ਰੱਖਣਾ ਸੀਗਾ। ਉਸ ਤੋਂ ਇਲਾਵਾ ਬਾਕੀ ਇਹ ਕਾਫੀ ਈਜ਼ੀ ਹੈ, ਸੇਫ ਹੈ, ਠੀਕ ਹੈ, ਇਹ ਕਿਉਂਕਿ ਡਿਟੇਲ ਰੱਖਦਾ ਬੈਨੀਫਿਸ਼ਰੀ ਦੀ ਕੰਪਲੀਟਲੀ ਕੌਨਫੀਡੈਂਸ਼ੀਅਲ, ਠੀਕ ਹੈ। ਔਰ ਯੂਜ਼ਰ ਜੋ ਹੈ ਉਹ ਇਸ ਵਾਊਚਰ ਨੂੰ ਰਿਡੀਮ ਕਰ ਸਕਦਾ ਵਿਦਾਊਟ ਅ ਕਾਰਡ, ਠੀਕ ਹੈ। ਔਰ ਕੋਈ ਡਿਜਿਟ ਔਰ ਇੰਟਰਨੈਟ ਬੈਂਕਿੰਗ ਅਸੈਸ ਵਗੈਰਾ ਨਹੀਂ ਚਾਹੀਦਾ, ਠੀਕ ਹੈ। ਇਹ ਸਾਰਾ ਕੁਛ ਉਹਦੇ ਬਿਨਾਂ ਵੀ ਹੋ ਸਕਦਾ ਹੈ, ਠੀਕ ਹੈ। ਔਰ ਬਾਕੀ ਬਸ ਇੰਨਾ ਹੀ ਸੀਗਾ। ਹੁਣ ਅਸੀਂ ਚੱਲਦੇ ਹਾਂ ਅੱਗੇ। ਹੁਣ ਅਸੀਂ ਅੱਗੇ ਗੱਲ ਕਰਦੇ ਹਾਂ, ਹਾਂਜੀ ਇਹ ਵੀ ਅਸੀਂ ਦੇਖ ਲਿਆ ਸੀ ਕਿ ਇਹ ਲਾਈਕ ਇਟ ਕਨੈਕਟਸ ਸਪਾਂਸਰਸ ਆਫ ਦ ਸਰਵਿਸਿਜ਼ ਵਿਦ ਬੈਨੀਫਿਸ਼ਰੀ ਐਂਡ ਸਰਵਿਸ ਪ੍ਰੋਵਾਈਡਰ ਡਿਜੀਟਲੀ ਵਿਦਾਊਟ ਐਨੀ ਫਿਜ਼ੀਕਲ ਇੰਟਰਫੇਸ। ਕਾਰਡ ਕਿਸ ਨੂੰ ਮਿਲਿਆ? ਕਾਰਡ ਜਾਊਗਾ ਕਿਹਦੇ ਕੋਲ? ਵੀ ਕਿਸੇ ਹਸਪੀਟਲ ਕੋਲ ਜਾਇਆ ਹੈ, ਕਿਸੇ ਕੈਮਿਸਟ ਕੋਲ ਜਾਊਗਾ ਜਿਹਦੇ ਤੋਂ ਦਵਾਈਆਂ ਲੈਣੀਆਂ ਹੈ, ਕਿਸ ਪਰਪਸ ਲਈ ਬਣਿਆ, ਕਿਸ ਬੰਦੇ ਲਈ ਬਣਿਆ, ਠੀਕ ਹੈ। ਬੈਨੀਫਿਸ਼ਰੀ ਔਰ ਉਹ ਜੋ ਸਰਵਿਸ ਪ੍ਰੋਵਾਈਡ ਕਰ ਰਿਹਾ ਉਹਦੇ ਕੋਲ, ਉਹਨੂੰ ਦੋਵਾਂ ਨੂੰ ਕਨੈਕਟ ਕਰੂਗਾ, ਠੀਕ ਹੈ। ਉਸ ਤੋਂ ਇਲਾਵਾ ਬਹੁਤ ਸਾਰੀ ਕੰਟਰੀਜ਼ ਦੇ ਵਿੱਚ ਇਹ ਵਾਊਚਰ ਸਿਸਟਮ ਯੂਜ਼ ਕੀਤਾ ਜਾਂਦਾ ਹੈ, ਲਾਈਕ US, ਕੋਲੰਬੀਆ, ਸਵੀਡਨ, ਹਾਂਗਕਾਂਗ। ਔਰ ਬਾਕੀ ਇਹ ਤਾਂ ਮੈਂ ਤੁਹਾਨੂੰ ਨੀਚੇ ਦੱਸ ਹੀ ਦਿੱਤਾ ਸੀਗਾ। ਹੁਣ ਅਸੀਂ ਚੱਲਦੇ ਹਾਂ ਅੱਗੇ। ਹਾਊ E-Rupee ਵਰਕ, ਇਹ ਵੀ ਮੈਂ ਤੁਹਾਨੂੰ ਦੱਸਤਾ ਕਿ ਅਗਰ ਮੰਨ ਲਓ ਕਿ ਸੈਂਟਰਲ ਗਵਰਨਮੈਂਟ ਚਾਹੁੰਦੀ ਹੈ ਕਿ ਕੋਈ ਪਰਟੀਕੂਲਰ ਕੋਈ ਟ੍ਰੀਟਮੈਂਟ ਹੈ ਆਪਣੇ EMPLOYEE ਦਾ ਕਿਸੇ ਸਪੈਸੀਫਿਕ ਹਸਪੀਟਲ ਦੇ ਵਿੱਚ ਕਰਵਾਉਣਾ ਚਾਹੁੰਦੀ ਹੈ ਤਾਂ ਉਹ ਇਸ਼ੂ ਕਰ ਦੂਗੀ E-Rupee ਵਾਊਚਰ, ਠੀਕ ਹੈ। ਕੁਛ ਇੱਕ ਸਪੈਸੀਫਿਕ ਅਮਾਊਂਟ ਦਾ ਹੋਊਗਾ ਪਾਰਟਨਰ ਬੈਂਕ ਦੇ ਥਰੂ, ਠੀਕ ਹੈ, ਜਿਸ ਵੀ ਬੈਂਕ ਤੋਂ ਮਤਲਬ ਪੈਸਾ ਜਾਊਗਾ। ਔਰ EMPLOYEE ਜਿਹੜਾ ਹੈ ਉਸਨੂੰ ਇੱਕ SMS ਜਾਂ QR ਕੋਡ ਆ ਜਾਊਗਾ ਉਹਨਾਂ ਦੇ ਫੋਨ ਦੇ, ਦੈਨ ਉਹ ਫਾਈਨਲੀ ਅਵੇਲ ਕਰ ਸਕਦੇ ਨੇ ਸਰਵਿਸ ਬਾਈ ਗੋਇੰਗ ਟੂ ਦੈਟ ਰਿਸਪੈਕਟਿਵ ਹਸਪੀਟਲ। ਜਿਸ ਹਸਪੀਟਲ ਲਈ ਬਣਿਆ ਨਾ ਉਸੇ 'ਚ ਜਾ ਕੇ ਹੀ ਉਹ ਯੂਜ਼ ਕਰ ਸਕਦੇ ਨੇ ਔਰ ਪੇ ਥਰੂ ਵਾਊਚਰ, ਔਰ ਜੋ ਪੇਮੈਂਟ ਉਹ ਵਾਊਚਰ ਦੇ ਥਰੂ ਕਰ ਸਕਦੇ हैं, ठीक है। ਸੋ ਇਹ ਵੀ ਰੀਡ ਕਰ ਲਿਓ, ਕਾਫੀ ਈਜ਼ੀ ਵਿੱਚ ਲਿਖਿਆ ਹੋਇਆ। ਹੁਣ ਗੱਲ ਕਰਦੇ ਹਾਂ ਪੇਮੈਂਟ ਨੈਟਵਰਕ ਦੀ। ਇਹ ਆਈ ਥਿੰਕ ਮੈਂ ਦੁਬਾਰਾ ਗਲਤੀ ਨਾਲ ਚੀਜ਼ ਐਡ ਕਰਤੀ ਹੈ। ਇਹ ਮੈਂ ਪਿੱਛੇ ਤੁਹਾਨੂੰ ਦੱਸਤਾ ਸੀ ਪੇਮੈਂਟ ਨੈਟਵਰਕ 'ਚ ਕਿਵੇਂ ਕੀ ਹੁੰਦਾ, ਸੋ ਇਸ ਨੂੰ ਤੁਸੀਂ ਸਕਿਪ ਕਰ ਦਿਓ। UPI ਬਾਰੇ ਵੀ ਅਸੀਂ ਪੜ੍ਹ ਲਿਆ ਸੀਗਾ, ਠੀਕ ਹੈ। ਇਹ ਵੀ ਆਈ ਥਿੰਕ ਚੀਜ਼ ਮੈਂ ਦੁਬਾਰਾ ਰਿਪੀਟ ਕਰਤੀ ਹੈ। ਹੁਣ ਗੱਲ ਕਰਦੇ ਹਾਂ NETC ਦੀ। NETC ਕੀ ਹੁੰਦਾ ਹੈ? ਦੇਖੋ NETC ਹੈ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ, ਠੀਕ ਹੈ। ਇਹਨੂੰ ਵੀ NETC ਹੈ ਨੈਸ਼ਨਲ ਇਲੈਕਟ੍ਰੋਨਿਕ ਟੋਲ ਕਲੈਕਸ਼ਨ। ਇਸ ਨੂੰ ਵੀ ਡਿਵੈਲਪ ਕੀਤਾ ਗਿਆ ਸੀ NPCI ਦੇ ਦੁਆਰਾ ਹੀ, ਠੀਕ ਹੈ। ਤੇ ਕਿਉਂ ਕੀਤਾ ਗਿਆ ਸੀ ਇਹ ਤਾਂ ਤੁਹਾਨੂੰ ਪਤਾ ਹੀ ਹੋਊਗਾ ਕਿ ਤੁਸੀਂ ਟੋਲ ਵਗੈਰਾ ਤੇ ਜਾਂਦੇ ਹੋ, ਠੀਕ ਹੈ। ਉੱਥੇ ਕੀ ਹੁੰਦਾ
ਪਹਿਲਾਂ ਤੁਹਾਨੂੰ ਕੈਸ਼ ਵਗੈਰਾ ਦੇਣਾ ਪੈਂਦਾ ਸੀ, ਟਾਈਮ ਲੱਗ ਜਾਂਦਾ ਸੀ, ਖੜੇ ਰਹਿੰਦੇ ਸੀ, ਲੰਬੀਆਂ ਲਾਈਨਾਂ ਲੱਗ ਜਾਂਦੀਆਂ ਸੀਗੀਆਂ। ਤਾਂ ਜੋ ਡਿਫਰੈਂਟ ਟੋਲਸ ਹੈ ਉਹਨਾਂ ਦੀ ਰਿਕੁਆਇਰਮੈਂਟ ਲਈ, ਠੀਕ ਹੈ, ਇਹ ਫਾਸਟੈਗ ਜਿਹੜਾ ਹੈਗਾ ਉਹ ਲਾਂਚ ਕੀਤਾ ਗਿਆ ਸੀ NPCI ਨੇ। ਇਸ ਦੇ ਵਿੱਚ ਕੀ ਹੁੰਦਾ ਹੈ ਕਿ ਕਸਟਮਰ ਜਿਹੜਾ ਹੈ ਪੇਮੈਂਟ ਕਰ ਸਕਦਾ ਹੈ ਕਿਸੇ ਵੀ ਨੈਸ਼ਨਲ, ਸਟੇਟ ਐਂਡ ਸਿਟੀ ਟੋਲ ਤੇ, ਠੀਕ ਹੈ। ਉਹਦੇ ਗੱਡੀਆਂ ਦੇ ਉੱਪਰ ਨਾ, ਉਹਨਾਂ ਦੀ ਗੱਡੀਆਂ ਦੇ ਉੱਪਰ ਇੱਕ ਯੂਨੀਕ ਫਾਸਟੈਗ ਲੱਗਿਆ ਹੋਇਆ ਹੁੰਦਾ ਹੈ, ਠੀਕ ਹੈ। ਤੇ ਫਾਸਟੈਗ ਜਿਹੜਾ ਹੈਗਾ ਉਹ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਸਟਿੱਕਰ ਹੈ। RFID ਨੂੰ ਡਿਟੇਲ ਦੇ ਵਿੱਚ ਪੜਨ ਦੀ ਜ਼ਰੂਰਤ ਨਹੀਂ ਹੈ, ਯੂ ਜਸਟ ਹੈਵ ਟੂ ਰਿਮੈਂਬਰ ਦੀ ਫੁੱਲ ਫਾਰਮ, ਠੀਕ ਹੈ। ਇੱਕ ਵਹੀਕਲ ਤੇ ਲੱਗਿਆ ਹੁੰਦਾ, ਵਹੀਕਲ ਦੀ ਜੋ ਵਿੰਡਸ਼ੀਲਡ ਹੁੰਦੀ ਹੈ, ਇਸ ਨਾਲ ਕੀ ਹੈ, ਉਹ ਜੋ ਡਰਾਈਵਰ ਹੈ ਉਹ ਟੋਲ ਪੇਮੈਂਟ ਕਰ ਸਕਦਾ ਇਲੈਕਟ੍ਰੋਨਿਕਲੀ, ਠੀਕ ਹੈ। ਉਹ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੈ ਵਾਈਲ ਦਾ ਵਹੀਕਲ ਇਜ਼ ਇਨ ਮੋਸ਼ਨ, ਚਲਦੀ ਗੱਡੀ 'ਚ ਬੈਠੇ ਹੀ, ਠੀਕ ਹੈ। ਔਰ ਟੋਲ ਪਲਾਜ਼ਾ ਤੇ ਰੁਕਣ ਦੀ ਵੀ ਜ਼ਰੂਰਤ ਨਹੀਂ ਪੈਣੀ। ਇਸ ਨਾਲ ਕੀ ਹੋਊਗਾ, ਫਿਊਲ ਵੀ ਸੇਵ ਹੋਊਗਾ, ਟਾਈਮ ਵੀ ਸੇਵ ਹੋਊਗਾ, ਠੀਕ ਹੈ। ਕਿਉਂਕਿ ਗੱਡੀਆਂ ਖੜੀਆਂ ਰਹਿੰਦੀਆਂ ਨੇ ਲਾਈਨ ਦੇ ਵਿੱਚ, ਕਾਫੀ ਟਾਈਮ ਤਾਂ ਜ਼ਾਇਆ ਹੁੰਦਾ ਹੀ ਹੈ, ਲਾਈਨ ਵੀ ਲੱਗ ਜਾਂਦੀ ਹੈ, ਫਿਊਲ ਵੀ ਵੇਸਟ ਹੁੰਦਾ ਹੈ। ਹੁਣ ਬਾਰ-ਬਾਰ ਗੱਡੀ ਸਟਾਰਟ ਕੌਣ ਕਰੇ, ਬੰਦ ਕੌਣ ਕਰੇ, ਠੀਕ ਹੈ। ਸਾਨੂੰ ਫਿਰ ਦੂਸਰੀ ਕੰਟਰੀਜ਼ ਤੋਂ ਕੀ ਹੈ, ਆਇਲ ਘੱਟ ਇੰਪੋਰਟ ਕਰਨਾ ਪਊਗਾ। ਸੋ ਇਹ ਤਾਂ ਚਲੋ ਇੱਦਾਂ ਬੋਲਿਆ ਗਿਆ ਸੀ। ਬਾਕੀ ਜੋ ਲੋਕੀ ਫਾਲਤੂ ਗੱਡੀਆਂ 'ਚ ਵੇਸਟ ਕਰਦੇ ਨੇ ਫਿਊਲ, ਉਹ ਇੱਕ ਅਲੱਗ ਚੀਜ਼ ਹੈ ਫਿਰ, ਠੀਕ ਹੈ। ਸੋ ਇਹ ਜਿਹੜੀ ਚੀਜ਼ ਲਾਂਚ ਕੀਤੀ ਗਈ ਸੀ, ਇਸ ਦਾ ਏਮ ਸੀਗਾ ਕਿ ਇੰਡੀਆ ਨੂੰ ਟਰਾਂਸਫਾਰਮ ਕਰਨਾ ਹੈ ਲੈਸ ਕੈਸ਼ ਸੋਸਾਇਟੀ 'ਚ। ਮੈਂ ਬਾਰ-ਬਾਰ ਬੋਲ ਰਹੀ ਹਾਂ ਲੈਸ ਕੈਸ਼, ਦੇਰ ਇਜ਼ ਡਿਫਰੈਂਸ ਬਿਟਵੀਨ ਕੈਸ਼ਲੈਸ ਇਕੋਨਮੀ ਐਂਡ ਲੈਸ ਕੈਸ਼ ਇਕੋਨਮੀ। ਸੋ ਬੇਸਿਕਲੀ ਸਾਡਾ ਹੁਣ ਸਿਸਟਮ ਪਤਾ ਕੀ ਹੈ ਕਿ ਅਸੀਂ ਕੈਸ਼ਲੈਸ ਨਹੀਂ ਬਣਾ ਸਕਦੇ। ਕੈਸ਼ਲੈਸ ਕਦੇ ਇੱਦਾਂ ਹੁੰਦਾ ਕਿ ਕੋਈ ਵੀ ਚੀਜ਼ 100% ਰਿਮੂਵ ਹੋ ਜੇ, ਨਹੀਂ ਹੁੰਦਾ, ਠੀਕ ਹੈ। ਸੋ ਬੈਟਰ ਹੈ ਕਿ ਅਸੀਂ ਲੈਸ ਕੈਸ਼ ਇਕੋਨਮੀ ਬਣਾਈਏ ਕਿ ਕੈਸ਼ ਵੀ ਆਪਣੇ ਨਾਲ ਕੈਰੀ ਕਰੀਏ ਬਟ ਇਨ ਲੈਸ ਅਮਾਊਂਟ, ਠੀਕ ਹੈ। ਸੋ ਇਹ ਹੁੰਦਾ ਲੈਸ ਕੈਸ਼ ਇਕੋਨਮੀ। ਹੁਣ ਅਸੀਂ ਗੱਲ ਕਰਦੇ ਹਾਂ ਟਾਈਪਸ ਆਫ ATM ਦੀ। ਦੇਖੋ ATM ਜਿਹੜੇ ਨੇ ਦੇ ਆਰ ਆਫ ਵੇਰੀਅਸ ਟਾਈਪਸ, ਬਹੁਤ ਟਾਈਪ ਦੇ ATMs ਹੁੰਦੇ ਨੇ। ਲਾਈਕ ਵਾਈਟ ਲੇਬਲ ATM, ਦੇਖੋ ਇਹ ਓਨ ਆਪਰੇਟ ਕਰੇ ਜਾਂਦੇ ਨੇ ਨॉन ਬੈਂਕਿੰਗ ਐਂਟੀਟੀ ਦੁਆਰਾ, ਠੀਕ ਹੈ। ਡੋਂਟ ਵਰੀ, ਅੱਗੇ ਅਸੀਂ ਬਾਰੀ ਇਹਨੂੰ ਪੜ੍ਹਦੇ ਹਾਂ, ਬਸ ਥੋੜਾ ਜਿਹਾ ਲੈਕਚਰ ਰਹਿ ਗਿਆ, ਜ਼ਿਆਦਾ ਨਹੀਂ ਬਚਿਆ, 2-3 ਸਲਾਈਡਸ ਰਹਿ ਗਈਆਂ ਨੇ, ਠੀਕ ਹੈ। ਤੇ ਜਿਹੜੇ ਵਾਈਟ ਲੇਬਲ ATM ਇਹਨੂੰ ਓਨ ਔਰ ਆਪਰੇਟ ਕਰਦਾ ਹੈ ਨॉन ਬੈਂਕਿੰਗ ਐਂਟੀਟੀ, ਠੀਕ ਹੈ। ਕੈਸ਼ ਲੇਕਿਨ ਜੋ ਹੈ ਉਹ ਪ੍ਰੋਵਾਈਡ ਕਰਦਾ ਸਪਾਂਸਰਡ ਬੈਂਕ। ਬਰਾਊਨ ਲੇਬਲ ATM ਜੋ ਹੈ ਇਹਨੂੰ ਓਨ ਕਰਦਾ ਬੈਂਕ ਦੇ ਆਪਣੇ ATM ਹੁੰਦੇ ਨੇ, ਬਟ ਇਹਦਾ ਜੋ ਅੰਦਰ ਦਾ ਆਪਰੇਸ਼ਨ ਵਗੈਰਾ ਹੈ, ਜੋ ਮੇਨਟੇਨੈਂਸ ਵਗੈਰਾ ਹੈ, ਇਹ ਕਿਸੇ ਥਰਡ ਪਾਰਟੀ ਨੂੰ ਦੇ ਦਿੱਤੀ ਜਾਂਦੀ ਹੈ। ਗ੍ਰੀਨ ਲੇਬਲ ATM ਜਿਹੜੇ ਹੈ, ਅਗਰ ਕੋਈ ਵੀ ਐਗਰੀਕਲਚਰ ਟ੍ਰਾਂਜੈਕਸ਼ਨ ਕਰਨੀ ਆ ਉਹਦੇ ਲਈ ਯੂਜ਼ ਕੀਤੇ ਜਾਂਦੇ ਨੇ। ਔਰੇਂਜ ਲੇਬਲ ATM ਯੂਜ਼ ਕਰੇ ਜਾਂਦੇ ਨੇ ਕੋਈ ਵੀ ਸ਼ੇਅਰ ਵਗੈਰਾ ਤੁਸੀਂ ਟ੍ਰਾਂਜੈਕਟ ਕਰਨੇ ਨੇ ਉਹਦੇ ਲਈ, ਠੀਕ ਹੈ। ਉਸ ਤੋਂ ਇਲਾਵਾ ਜੋ ਯੈਲੋ ਲੇਬਲ ATM ਹੈ ਉਹ ਤੁਸੀਂ ਯੂਜ਼ ਕਰਦੇ ਹੋ ਈ-ਕਾਮਰਸ ਲਈ, ਠੀਕ ਹੈ। ਦੈਨ ਪਿੰਕ ਲੇਬਲ ATM ਜੋ ਹੈ ਉਹ ਯੂਜ਼ ਕੀਤੇ ਜਾਂਦੇ ਨੇ ਬੈਂਕਿੰਗ ਵਗੈਰਾ ਲਈ, ਠੀਕ ਹੈ। ਤੇ ਹੁਣ ਦੇਖੋ ਅਸੀਂ ਬਾਰੀ ਬਾਰੀ ਤਾਂ ਨਹੀਂ ਪੜਾਂਗੇ, ਅਸੀਂ ਸਿਰਫ ਵਾਈਟ ਔਰ ਬਰਾਊਨ ਬਾਰੇ ਪੜਾਂਗੇ, ਬਾਕੀ ਇੰਪੋਰਟੈਂਟ ਨਹੀਂ ਨੇ, ਠੀਕ ਹੈ। ਤੇ ਇੱਕ ਸੈਕਿੰਡ, ਵਾਈਟ ਲੇਬਲ ATM। ਹੁਣ ਦੇਖੋ ਵਾਈਟ ਲੇਬਲ ATM ਕੀ ਹੁੰਦੇ ਨੇ, ਇਹ ਓਨ, ਦੇਖੋ ਪਹਿਲਾਂ ਗੱਲ ਸੁਣੋ, ਦੇਖੋ ਕਿਆ ਹੁੰਦਾ ਹੈ। ਹੁਣ ਮੰਨ ਲਓ ਕਿ ਤੁਹਾਡੇ ਕੋਲ ਡੈਬਿਟ ਕਾਰਡ ਹੈ HDFC ਬੈਂਕ ਦਾ, ਠੀਕ ਹੈ, ਔਰ ਪਰ ਤੁਹਾਨੂੰ ਕਿਤੇ ਕੋਈ ਵੀ HDFC ATM ਨਹੀਂ ਮਿਲ ਰਿਹਾ ਜਿੱਥੇ ਤੁਸੀਂ ਰਹਿੰਦੇ ਹੋ, ਬਟ ਤੁਹਾਨੂੰ ਕੋਈ PNB ATM ਵਿਖ ਗਿਆ ਔਰ ਤੁਸੀਂ ਉੱਥੇ ਚਲੇ ਜਾਂਦੇ ਹੋ, ਪੰਜਾਬ ਨੈਸ਼ਨਲ ਬੈਂਕ ਦਾ ATM ਵਿਖ ਗਿਆ, ਤੁਸੀਂ ਉੱਥੇ ਚਲੇ ਜਾਂਦੇ ਹੋ। ਹੁਣ ਤੁਸੀਂ ਆਪਣਾ ਕਾਰਡ ਉੱਥੇ ਯੂਜ਼ ਕਰ ਸਕਦੇ ਹੋ, ਠੀਕ ਹੈ। ਔਰ ਉੱਥੇ ਕਿਉਂ ਕਰ ਸਕਦੇ ਹੋ ਤਾਂ ਮੈਂ ਤੁਹਾਨੂੰ ਦੱਸਤਾ ਸੀ, ਠੀਕ ਹੈ, ਕਿ NFS ਜੋ ਹੈ ਨੈਸ਼ਨਲ ਫਾਈਨੈਂਸ਼ੀਅਲ ਸਵਿਚ, ਉਹ ਕੀ ਕਰਦਾ, ਸਾਰੇ ATM ਨੂੰ ਲਿੰਕ ਕਰਦਾ, ਠੀਕ ਹੈ। ਹੁਣ ਤੁਸੀਂ ATM ਗਏ, ਹੁਣ ਤੁਸੀਂ ਦੇਖੋਗੇ ATM ਦੇ ਬਾਹਰ ਕਈ ਵਾਰ ਤੁਹਾਨੂੰ ਲਿਖਿਆ ਹੋਇਆ ਵਿਖੂਗਾ ਕਿ ਮੁਥੂਟ ਫਾਈਨੈਂਸ, ਠੀਕ ਹੈ, ਜਾਂ ਕਿਸੇ ਵੀ ਹਿਤਾਚੀ ਜਾਂ ਅੰਬੂਜਾ ਸੀਮੈਂਟ, ਇਹ ਇੱਦਾਂ ਤੁਹਾਨੂੰ ਦਿਖਣਗੇ, ਠੀਕ ਹੈ। ਟਾਟਾ ATM ਵਿਖੂਗਾ, ਇਹ ਇੱਦਾਂ ਕਿਉਂ? ਟਾਟਾ ਤਾਂ ਕੋਈ ਬੈਂਕ ਹੈ ਨਹੀਂ ਨਾ, ਮੁਥੂਟ ਤਾਂ ਕੋਈ ਬੈਂਕ ਹੈ ਨਹੀਂ, ਤਾਂ ਇਹਨਾਂ ਦੇ ਫਿਰ ATM ਕਿਵੇਂ ਆ ਗਏ? ਇੱਥੇ ਆਂਦਾ ਵਾਈਟ ਲੇਬਲ ATM। ਇਹ ਦੇਖੋ ਅਗਰ ਕੋਈ ਵੀ ਐਂਟੀਟੀ ਹੈ, ਠੀਕ ਹੈ, ਵਿਚ ਇਜ਼ ਨੋਟ ਅ ਬੈਂਕ, ਉਹ ਬੈਂਕ ਨਹੀਂ ਹੈ ਬਟ ATM ਰਨ ਕਰਦਾ ਹੈ, ਸੋ ਉसी ATM ਨੂੰ ਅਸੀਂ ਬੋਲ ਦਿੰਦੇ ਆ ਵਾਈਟ ਲੇਬਲ ATM, ਠੀਕ ਹੈ। एग्जाम्पल ICICI बैंक ਦੀ ਮੰਨ ਲਓ ਅਗਰ ਹਿਮਾਚਲ 'ਚ ਕੋਈ ਟਾਊਨ ਹੈ ਜਾਂ ਸ਼ਿਮਲਾ 'ਚ ਕੋਈ ਐਸਾ ਟਾਊਨ ਹੈ, ਟਾਊਨ ਕਹਿੰਦੀ, ਹਿਮਾਚਲ 'ਚ ਕੋਈ ਐਸੀ ਜਗ੍ਹਾ ਹੈ ਮੰਨ ਲਓ ਕਿ ਉੱਥੇ ਤੁਹਾਨੂੰ ਪਤਾ ਹੈ ਕਿ ਕਨੈਕਟੀਵਿਟੀ ਕਰਵਾਉਣ ਦੇ ਵਿੱਚ ਕਾਫੀ ਪ੍ਰੋਬਲਮ ਆਉਂਦੀ ਹੈ, ਤੇ ਉੱਥੇ ਕੰਪਨੀ ਜੋ ਹੈ, ਉੱਥੇ ਜੋ ਬੈਂਕ ਹੈ ਉਹ ਆਪ ਪਹੁੰਚ ਨਹੀਂ ਸਕਦਾ,
ਤੇ ਉੱਥੇ ਹੁਣ ਕੀ ਹੋਊਗਾ, ਉਹ ਇਹ ਕੰਮ ਕਿਸੇ ਕੰਪਨੀ ਨੂੰ ਦੇ ਦੂਗਾ। ਕੰਪਨੀ ਜੋ ਹੈ ਉਸਦੀ ਤੁਹਾਨੂੰ ਪਤਾ ਹੈ ਕੰਪਨੀਜ਼ ਤਾਂ ਹਰ ਕਿਤੇ ਪਹੁੰਚ ਜਾਂਦੀਆਂ ਨੇ। ਫੋਰ ਐਗਜ਼ਾਮਪਲ ਟਾਟਾ ਨੂੰ ਕੰਮ ਦੇਤਾ, ਠੀਕ ਹੈ। ਸੋ ਟਾਟਾ ਕੀ ਕਰੂਗਾ, ਟਾਟਾ ਉੱਥੇ ਜਾ ਕੇ ਆਪਣਾ ਇੱਕ ATM ਜੋ ਹੈ ਸੈਟਅਪ ਕਰੂਗਾ, ਠੀਕ ਹੈ। ਮਤਲਬ ਉਹ ਇੱਕ ATM ਬਣਾ ਦੂਗਾ, ਠੀਕ ਹੈ। ਔਰ ਇੱਕ ਬਣ ਜੂਗਾ ਸਪॉन्सर बैंक जो उसनू स्पॉन्सर कर रहा, ठीक है। और स्पॉन्सर बैंक देखो एक भी बन सकता है, एक तो ज़्यादा भी बन सकते हैं। स्पॉन्सर बैंक का काम की हुंदा है कैश मैनेजमेंट का, लाइक कि उत्थे मनी भेजना, ठीक है, और ये चीज़ां वगैरह। ते बाकी जो मेनटेन करना उस ATM नू दैट विल बी डन बाय नॉन बैंक एंटिटी लाइक टाटा वगैरह या कोई भी, ठीक है। तो ये बाकी चीज़ लिखी हुई है कि बैंक जिस जगह ते नहीं पहुँच पाते उत्थे ये काम थर्ड पार्टी नू दे दिंदे ने। ते RBI ऑथोराइजेज नॉन बैंक ATM ऑपरेटर टू ओपन। हुण देखो ये चीज़ लिखी कित्थे हुई है, लिखी कित्थे हुई है भी इदां हो सकदा। तां नॉन बैंक ATM एक सेकेंड, नॉन बैंक ATM ऑपरेटर्स इदां ओपन कर सकते हैं अंडर पेमेंट एंड सैटलमेंट सिस्टम एक्ट 2007, ठीक है। सो देखो काफ़ी सारी कंपनीज ने अपने करे हुए ने ATM वगैरह उत्थे खोले हुए ने। सो ये भी मैं दसता कि मोर दैन वन स्पॉन्सर बैंक भी हो सकता है, ठीक है। दैन उस तो बाद असीं गल करते हैं अबाउट ब्राउन लेबल ATM। हुण ब्राउन लेबल ATM की हुंदा है, वैन बैंक आउटसोर्स द ATM ऑपरेशन टू अ थर्ड पार्टी। जदों बैंक जो ATM दे ऑपरेशंस वगैरह है वो थर्ड पार्टी नू दे देंदे ने, ठीक है। जो प्राइवेट कंपनी है वो ओन करती है और ऑपरेट करती है ATM मशीन लाइक गार्ड एंड कैश रिफिलिंग ट्रक वगैरह, ठीक है। और जो बैंक है, बैंक का ATM वो जो ATM है वो बैंक का हुंदा है, बट ऑपरेशंस जो हुंदे ने, ठीक है, वो किसदे हुंदे ने, दैट इज ऑपरेटेड बाय थर्ड पार्टी, ठीक है। जिवें कि गार्ड वगैरह उत्थे अरेंज करना, कैश रिफिलिंग ट्रक वगैरह अरेंज करना, ये सारी थर्ड पार्टी नू दे दित्तियां जांदियां ने। लेकिन जो ओनरशिप है ना ब्राउन लेबल ATMs दी, वो किस कोल रहिंदी है, बैंक दे कोल रहिंदी है, ठीक है। ATM हैज लोगो ऑफ दैट बैंक, और तुसीं देखियो उस दे उपर उस बैंक का की लग्या होया हुंदा है, लोगो लग्या होया हुंदा है, ठीक है। ओके, दैन उस तो बाद बस फाइनली कंप्लीट हो गया। हुण नहीं होया नहीं, एक चीज़ होर मैं करवानी है तुहानूं दसनी है, वो की हुंदा है ऑन टैप लाइसेंसिंग। ऑन टैप लाइसेंसिंग की हुंदी है ऑन टैप लाइसेंसिंग। लैक्चर तुसी बंद ना करियो, ठीक है। ते मैं स्पैलिंग भुल गई अगे, तां करके ना मैं एवें लिखता, तुसी वेख लियो। हुण देखो मान लो कि तुहानूं लाइसेंस चाहिदा, मन तुसी हुण देखो मन तुहानूं इदां है कि मैं भी ATM मेरा भी ATM होवे, ठीक है, मैं एक ATM खोलां, तुसी बैंक तां हो नहीं, ठीक है। तो तुसी हुण की करोगे, मान लो तुहानूं लाइसेंस चाहिदा। एक तरीका तां यह है कि RBI कोई नोटिफिकेशन कर देवे जिस च वो ऐदां बोल देवे कि जिन्हों लाइसेंस चाहिदा वो आ जावे ते लाइसेंस ले लवे। दूजा तरीका हुंदा है ऑन टैप लाइसेंसिंग। ऑन टैप लाइसेंसिंग च की हुंदा है कि मान लो टाटा है, टाटा हो गए, उन्हां नूं की करना है एक ATM खोलना है, तो टाटा जेड़े हैं, टाटा वाले जेड़े हैं, जद उन्हां दा मन करूगा वो RBI नूं अप्रोच करनगे कि लाइसेंस दे दो, ठीक है। तो हुण ये जिहड़ा मतलब चीज़ है ऑन टैप लाइसेंसिंग, ये RBI ने अलाउ कर दी है, ठीक है, कि कोई भी पर्सन जो है डायरैक्टली अप्रोच कर सकता है RBI नूं फॉर गेटिंग अ लाइसेंस, ठीक है। सो ये सीगी। ते उस तो इलावा एक चीज़ होर याद रखियो कि भूटान जो सी ये मैं ना तुहानूं 3-4 बस क्वेश्चन दसदा वां, काफ़ी इंपॉर्टेंट ने। भूटान जो सी वो साडी पहली नेबरिंग कंट्री सीगी जिसने कि भीम ऐप नूं यूज़ कीता सी। एक चीज़ तुसीं ये याद रखियो। दूजा तुसीं याद रखना है एक चीज़, आई थिंक मैं पिछे ना एक लाइन छड्डती सीगी, वो भी मैं दस दिंदी हां तुहानूं। एक सेकेंड, हाँ जी, एक लाइन छड्डी सी लास्ट च, कंपनी अंडर द प्रोविजन ऑफ सैक्शन 8 ऑफ कंपनीज एक्ट। जो NPCI है ये किहदे अंडर आंदा है, इट कम्स अंडर द कंपनीज एक्ट दे, कंपनीज एक्ट ओदे जो सैक्शन 8 है, ठीक है, उस दे अंडर आंदा है NPCI। सैक्शन 8 का मतलब हुंदा है नॉट फॉर प्रॉफिट। ये की हुंदा है नॉट फॉर प्रॉफिट, मतलब कि लाइक मान लो कि कोई कंपनी है, ठीक है, मान लो उसका खर्चा है कंपनी का 1000 रुपये, बट कंपनी नूं मान लो कमाई होगी 1500 रुपये की, सो 500 रुपये प्रॉफिट होया। सो हुण की है कि या तो उस प्रॉफिट नूं कंपनी अपनी जेब विच रख लवे, ठीक है,
बट अगर वो रख लूगी तो मतलब वो की है प्रॉफिट अर्निंग कंपनी होगी, ठीक है। बट जो नॉन प्रॉफिट एंटिटी ਹੁੰਦੀਆਂ ਨੇ ਉਹ ਕੀ ਹੁੰਦੀਆਂ ਨੇ, ਇਟ ਮੀਨਸ ਕਿ ਅਗਰ ਉਹਨਾਂ ਦਾ ਕੋਈ ਐਕਸਟਰਾ ਰੈਵਨਿਊ ਹੁੰਦਾ ਲਾਈਕ ਜਿੱਥੇ ਲਾਈਕ ਜਿਵੇਂ ਉਹਦੇ 500 ਰੁਪਏ ਦਾ ਉਹਨਾਂ ਨੂੰ ਪ੍ਰੋਫਿਟ ਹੋਇਆ, ਉਹ ਅਗੇਨ ਉਸ ਪ੍ਰੋਫਿਟ ਨੂੰ ਇਨਵੈਸਟ ਕਰ ਦਿੰਦੀਆਂ ਨੇ ਉਸੀ ਕੰਪਨੀ ਦੇ ਵਿੱਚ ਤਾਂ ਕਿ ਉਸ ਕੰਪਨੀ ਨੂੰ ਹੋਰ ਐਕਸਪੈਂਡ ਕੀਤਾ ਜਾ ਸਕੇ ਟੂ ਬ੍ਰਿੰਗ ਨਿਊ ਇਨੋਵੇਸ਼ਨਸ, ਠੀਕ ਹੈ। ਸੋ NPCI ਇਜ਼ ਅ ਨॉन प्रॉफिट एंटिटी, ਇਹ ਚੀਜ਼ ਯਾਦ ਰੱਖਣੀ ਹੈ। ਤੇ ਬਾਕੀ ਮੈਂ ਤੁਹਾਨੂੰ ਇਹ ਵੀ ਦੱਸਤਾ ਕਿ NPCI ਜੋ ਹੈ ਉਹ ਕੀ ਤੁਹਾਨੂੰ ਸਰਵਿਸਿਜ਼ ਦਿੰਦਾ ਹੈ। ਤੇ ਇਹ ਹੁਣ ਤੁਸੀਂ ਦੇਖ ਲਓ, ਮੈਂ ਇੱਥੇ ਇੱਕ ਜਗ੍ਹਾ ਤੇ ਲਿਖ ਦਿੰਦੀ ਆ। ਸਭ ਤੋਂ ਪਹਿਲਾਂ UPI, ਫਿਰ ਹੋ ਗਿਆ ਤੁਹਾਡਾ ਰੁਪਏ, ਠੀਕ ਹੈ, ਫਿਰ ਹੋ ਗਿਆ ਤੁਹਾਡਾ ਭੀਮ, ਫਿਰ ਨਾਚ, ਠੀਕ ਹੈ, ਫਿਰ IMPS, ਦੈਨ ਉਸ ਤੋਂ ਬਾਅਦ ਸੀਗਾ NETS, ਠੀਕ ਹੈ। ਉਸ ਤੋਂ ਬਾਅਦ ਹੋਰ ਵੀ ਹੈ ਲਾਈਕ ਸਟਾਰ 99 हैश, ਇਹ ਸੀ। ਇਹ ਕੀ ਹੈ ਇਹ ਤੁਸੀਂ ਵੇਖ ਲਿਓ, ਇਹ ਸਾਰੀ ਬਸ ਸਰਵਿਸਿਜ਼ ਹੈ, ਯਾਦ ਰੱਖਿਓ। NFS, ਠੀਕ ਹੈ। ਅੱਛਾ ਉਹ ਤੋਂ ਇਲਾਵਾ ਭੀਮ ਆਧਾਰ, ਠੀਕ ਹੈ, ਭੀਮ ਆਧਾਰ। ਦੂਜਾ ਈ ਰੁਪੀ ਹੋ ਗਿਆ। ਦੂਜਾ ਇੱਕ ਹੁੰਦਾ ਹੈ ਭਾਰਤ ਬਿਲ ਪੇ, ठीक है। सो ये भी की है, ये सारी सर्विसेज जो है NPCI दिंदा है। सो देखिया कि NPCI कितना काम करता है, दैट्स वाई दे वर सेइंग कि असी एक NUE लेके आवांगे कि जेड़ा NPCI दा थोड़ा बर्डन है वो की किया जा सके, घट किया जा सके, ठीक है। ते एक दो क्वेश्चन होर असी लाइक एक चीज क्वेश्चन भी होगा इन इन ऑल IMPS डिजिटल पेमेंट सिस्टम, जिन्नियां भी IMPS डिजिटल पेमेंट सिस्टम होंदियां ने, ठीक है। एक सेकंड, जस्ट अ मोमेंट, सॉरी गाइज, एक्चुअली मेरी स्लाइड जो सी वो एकदम हैंग हो गई सी, ते मैं बिकॉज इस बार लैपटॉप च नहीं ਇਹ ਲੈਕਚਰ ਰਿਕਾਰਡ ਕਰ ਰਹੀ ਸੀਗੀ, ਇਹ ਮੈਂ फ़ोन 'ਚ ਰਿਕਾਰਡ ਕਰ ਰਹੀ ਸੀ। फ़ोन 'ਚ ਇੰਨਾ ਸਪੇਸ ਨਹੀਂ ਬਚਿਆ ਸੀਗਾ, ਸੋ ਇੱਕਦਮ ਹੈਂਗ ਵਗੈਰਾ ਹੋ ਜਾਂਦਾ ਹੈ, ਠੀਕ ਹੈ। ਤੇ ਬਸ ਕੁਐਸਚਨਸ ਵਗੈਰਾ ਜਿਹੜੇ ਬੱਚੇ ਹੈ 2-3 ਮੈਂ ਉਹ ਨੈਕਸਟ ਜੋ ਵੀਡੀਓ ਸਟਾਰਟ ਕਰਵਾਵਾਂਗੇ ਅਸੀਂ, ਹੋ ਸਕਿਆ ਤਾਂ ਉਹਦੇ 'ਚ ਡਿਸਕਸ ਕਰ ਲਵਾਂਗੇ ਜੋ UPSC ਦੇ ਪੁਰਾਣੇ ਕੁਐਸਚਨ ਆਨਸਰਸ ਹੈ, ਠੀਕ ਹੈ। ਬਾਕੀ ਜਿੰਨਾ ਵੀ ਸੀਗਾ ਇਹ ਕਾਫੀ ਥੋੜਾ ਡਾਇਨਾਮਿਕ ਟੌਪਿਕ ਸੀਗਾ, ਅਸੀਂ ਸਾਰਾ ਕਵਰ ਅਪ ਕਰ ਲਿਆ। ਹੁਣ ਅੱਗੇ ਅਸੀਂ ਵੇਖਦੇ ਹਾਂ ਕਿ ਨੈਕਸਟ ਜਿਹੜਾ ਹੈਗਾ ਅਸੀਂ ਐਸੈਟ ਲਾਇਬਿਲਿਟੀ ਦਾ ਹੈ ਸ਼ਾਇਦ ਨੈਕਸਟ ਟੌਪਿਕ, ਉਹ ਅਸੀਂ ਪੜ੍ਹਨਾ ਸਟਾਰਟ ਕਰਾਂਗੇ। ਤੇ ਬਾਕੀ ਅੱਜ ਦਾ ਲੈਕਚਰ ਵੀ ਕਾਫੀ ਲੈਂਦੀ ਹੋ ਗਿਆ। ਸੋ ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਈ, ਕੋਈ ਤੁਹਾਡੀ ਕੁਐਰੀ ਹੋਈ ਹੈ ਨਾ, ਕੋਈ ਚੀਜ਼ ਨਹੀਂ ਸਮਝ ਆਈ, ਦੈਨ ਫੀਲ ਫ੍ਰੀ ਟੂ ਕਮੈਂਟ ਇਨ ਦਾ ਕਮੈਂਟ ਸੈਕਸ਼ਨ, ਠੀਕ ਹੈ। ਤੇ ਦੂਜਾ ਚੀਜ਼ ਰਿਵਾਈਜ਼ ਕਰਦੇ ਰਹੋ, ਇਹ ਥੋੜਾ ਕਰੰਟ ਓਰੀਐਂਟਡ ਟੌਪਿਕ ਹੈ ਤਾਂ ਕਰੰਟ ਅਫੇਅਰਸ 'ਚ ਕੀ ਚੱਲ ਰਿਹਾ ਵੇਖਦੇ ਰਹੋ, ਬਿਕੋਜ਼ ਨਾਲ ਦੀ ਨਾਲ ਕਈ ਚੀਜ਼ਾਂ ਨਹੀਂ ਪਤਾ ਲੱਗਦੀਆਂ ਹੈ ਨਾ, ਤਾਂ ਛੁੱਟ ਜਾਂਦੀਆਂ ਨੇ ਵਿੱਚ 'ਚ। ਬਟ ਮੈਂ ਆਪਣੇ ਵੱਲੋਂ ਦੇਖੋ ਪੂਰਾ ਟਰਾਈ ਕੀਤਾ ਹੈ ਕਿ ਮੈਂ ਹਰ ਚੀਜ਼ ਐਡ ਕੀਤੀ ਹੈ। ਅਗਰ ਤੁਹਾਨੂੰ ਫਿਰ ਵੀ ਕੋਈ ਪ੍ਰੋਬਲਮ ਆਉਂਦੀ ਹੈ ਦੈਨ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ, ਵਰਨਾ ਮੈਂ ਆਪਣੀ ਮੇਲ ID ਦੇ ਦੇਵਾਂਗੀ, ਤੁਸੀਂ ਉੱਥੇ ਵੀ ਮੈਨੂੰ ਕਰ ਸਕਦੇ ਹੋ ਮੇਲ ਵਗੈਰਾ, ਠੀਕ ਹੈ। ਬਾਕੀ ਤੁਸੀਂ ਆਪਣੀ ਰਿਵੀਜ਼ਨ ਕਰਦੇ ਰਹੋ ਤੇ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ। till then bye bye, take care and do like and subscribe to my channel. We'll meet you in next video very soon. Bye bye.